ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਜਸ ਟੀਵੀ ਦੇ ਨਾਲ ਤੇ ਅਸੀਂ ਉਸੇ ਤਿੰਨ ਸ਼ਬਦ ਦੇ ਨਾਲ ਫਿਰ ਦੁਬਾਰਾ ਜੁੜ ਗਏ ਹਾਂ, ਸਮਾਜ ਸੇਵਾ ਅਤੇ ਸੰਵਿਧਾਨ। ਪਿਛਲੀ ਵਾਰ ਜਦੋਂ ਤੁਹਾਨੂੰ ਛੱਡ ਕੇ ਗਏ ਸੀ ਤਾਂ ਇਹਨਾਂ ਮਸਲਿਆਂ ਇਹਨਾਂ ਮਸਾਇਲਾਂ ਨਾਲ ਹੀ ਛੱਡ ਕੇ ਗਏ ਸੀ ਕਿ ਉਹਨਾਂ ਨਿਆਸਰਿਆਂ ਦਾ ਕੌਣ ਆਸਰਾ ਹੋਵੇ। ਔਰ ਜਦੋਂ ਮੈਂ ਉਸ ਸ਼ਬਦ ਦੀ ਗੱਲ ਕਰਦਾ ਸੰਵਿਧਾਨ ਦੀ ਤਾਂ ਫਿਰ ਸਿੱਧੀ ਤੌਰ ਦੇ ਉੱਤੇ ਜ਼ਿੰਮੇਵਾਰੀ ਸਰਕਾਰੀ ਤੰਤਰ ਦੀ ਬਣਦੀ ਹੈ। ਪਰ ਮੈਨੂੰ ਮਿਰਜ਼ਾ ਗਾਲਿਬ ਦਾ ਲਿਖਿਆ ਹੋਇਆ ਉਹ ਸ਼ੇਰ ਦਾ ਇੱਕ ਪੰਕਤੀ ਯਾਦ ਆਉਂਦੀ ਹੈ ਕਿ ਹਜ਼ਾरों ख्वाहिशें ऐसी कि हर ख्वाहिश पे दम निकले। ਕਿੰਨੀਆਂ ਇੱਛਾਵਾਂ ਹੁੰਦੀਆਂ ਮਨੁੱਖ ਦੀਆਂ, ਪਰ ਮਨੁੱਖ ਦਾ ਦਮ ਉਦੋਂ ਨਿਕਲਦਾ ਕਿ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਇੱਛਾਵਾਂ ਦੀ ਪੂਰਤੀ ਹੋਣੀ ਲਾਜ਼ਮੀ ਵੀ ਨਹੀਂ ਹੈ, ਇਹ ਜ਼ਰੂਰੀ ਵੀ ਨਹੀਂ ਹੈ, ਪਰ ਹਰ ਮਨੁੱਖ ਦੀ ਇੱਕ ਇੱਛਾ ਹੁੰਦੀ ਹੈ, ਜਿਹੜਾ ਚੇਤਨ ਹੁੰਦਾ ਹੈ, ਜਿਹੜਾ ਜਦੋਂ ਠੀਕ ਹੁੰਦਾ ਹੈ ਸਰੀਰਕ ਔਰ ਮਾਨਸਿਕ ਰੂਪ ਦੇ ਵਿੱਚ ਕਿ ਮੇਰਾ ਜੀਵਨ, ਮੇਰਾ ਬੁਢਾਪਾ ਘੱਟੋ ਘੱਟ ਸੌਖੇ ਤਰੀਕੇ ਨਾਲ, ਚੰਗੇ ਤਰੀਕੇ ਨਾਲ ਗੁਜ਼ਰੇ। ਇਕੱਲੇ ਬੁਢਾਪੇ ਦੀ ਗੱਲ ਨਹੀਂ, ਬੜੇ ਨੌਜਵਾਨ ਵੀ ਉਹਦੇ ਵਿੱਚ ਆਉਂਦੇ ਆ, ਕਿਉਂਕਿ ਉਸੇ ਇੱਛਾ ਦੇ ਵਿੱਚੋਂ ਕਈ ਵਾਰੀ ਇਹ ਹੁੰਦਾ ਕਿ ਸਰੀਰਕ ਰੂਪ ਦੇ ਵਿੱਚ ਅਸੀਂ ਬਿਮਾਰ ਹੁੰਦੇ ਹਾਂ ਤੇ ਫਿਰ ਨਾਲ ਮਾਨਸਿਕ ਤੌਰ ਦੇ ਉੱਤੇ ਵੀ ਮਾਨਸਿਕ ਡਿਸਆਰਡਰ ਆਉਣੇ ਸ਼ੁਰੂ ਹੁੰਦੇ ਆ। ਪਰ ਅਸੀਂ ਚਰਚਾ ਦਾ ਮੁੱਢ ਇਸ ਕਰਕੇ ਬੰਨਿਆ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੜੇ ਨਾਅਰੇ ਆ ਗਏ, ਬੜੇ ਲੀਡਰ ਆ ਗਏ, ਬੜਾ ਕੁਝ ਹੋ ਗਿਆ। ਅਸੀਂ ਤੁਸੀਂ ਸਾਰੇ ਹੀ, ਮੈਂ ਅਸੀਂ ਤੇ ਤੁਸੀਂ ਸ਼ਬਦ ਇਸ ਕਰਕੇ ਵਰਤਿਆ ਕਿ ਆਪਾਂ ਸਾਰੇ ਵੀ ਜ਼ਿੰਦਾਬਾਦ ਮੁਰਦਾਬਾਦ ਕਰਦੇ ਹਾਂ ਤੇ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਹੁੰਦੇ ਆ ਕਿ ਫਲਾਣੇ ਨੂੰ ਵੋਟ ਪਾਉਣੀ ਹੈ ਤੇ ਢਿਮਕੇ ਦੇ ਪਿੱਛੇ ਜਾਣਾ ਤੇ ਢਿਮਕੇ ਦੇ ਜੈ ਜੈਕਾਰ ਕਰਨੇ ਆ। ਪਰ ਕੀ ਅਸੀਂ ਕਦੇ ਉਹਨਾਂ ਬਾਰੇ ਸੋਚਦੇ ਹਾਂ ਜਿਹੜੇ ਇਸ ਸਮਾਜ ਦਾ ਹਿੱਸਾ ਨੇ, ਜਿਹੜੇ ਪ੍ਰਾਣੀ ਸਾਡੇ ਵਰਗੇ ਨੇ? ਪਰ ਉਹਨਾਂ ਪ੍ਰਾਣੀਆਂ ਦੀ ਜ਼ਿੰਮੇਵਾਰੀ ਬਣਦੀ ਤਾਂ ਸੰਵਿਧਾਨ ਦੇ ਹਿਸਾਬ ਨਾਲ ਸਾਡੇ ਤੰਤਰ ਦੀ ਹੈ, ਸਾਡੇ ਰਾਜਨੀਤਿਕ ਆਗੂਆਂ ਦੀ ਹੈ, ਸਾਡੀ ਬਿਊਰੋਕ੍ਰੇਸੀ ਦੀ ਹੈ, ਸਾਡੇ ਸਾਡੇ ਸਰਕਾਰ ਦੇ ਬਣਾਏ ਹੋਏ ਜਿਹੜੇ ਵਿਭਾਗ ਨੇ ਉਹਨਾਂ ਦੀ ਹੈ। ਪਰ ਅਸਲ 'ਚ ਹੋ ਕੀ ਰਿਹਾ? ਪਿਛਲੀ ਲੜੀ ਔਰ ਪਿਛਲੀ ਕੜੀ ਦੇ ਵਿੱਚ ਪ੍ਰਭ ਆਸਰਾ ਦੇ ਪਰਿਵਾਰ ਦੇ ਮੁਖੀ ਸਰਦਾਰ ਸ਼ਮਸ਼ੇਰ ਸਿੰਘ ਹੋਰੀ ਸਾਡੇ ਨਾਲ ਜੁੜੇ ਸੀ। ਇਸ ਵਾਰ ਵੀ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਹੋਰਾਂ ਦੇ ਨਾਲ ਹੀ ਉਸੇ ਲੜੀ ਔਰ ਇਸੇ ਕੜੀ ਨੂੰ ਅੱਗੇ ਤੋਰਦੇ ਹਾਂ, ਕਿਉਂਕਿ ਇਹ ਆਪ ਮੂਹਰੇ ਲੱਗ ਕੇ ਸਮਾਜ ਸੇਵਾ ਕਰ ਰਹੇ ਨੇ। ਸੰਵਿਧਾਨ ਦੇ ਅਨੁਸਾਰ ਜਿਨ੍ਹਾਂ ਦੀ ਜ਼ਿੰਮੇਵਾਰੀ ਕੁਝ ਹੋਰ ਬਣਦੀ ਹੈ ਉਹ ਕੁਝ ਹੋਰ ਕਰ ਰਹੇ ਨੇ, ਪਰ ਇਹ ਸੰਵਿਧਾਨ ਦੇ ਦਿੱਤੇ ਹੋਏ ਹੱਕਾਂ ਨੂੰ ਆਪਣੇ ਤਰੀਕੇ ਨਾਲ ਸਮਾਜ ਸੇਵੀ ਰੂਪ ਦੇ ਵਿੱਚ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਨੇ। ਪਰ ਪਹਿਲਾਂ ਸਵਾਗਤ ਕਰ ਲੈਂਦੇ ਬਾਈ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਭਾਜੀ, ਜ਼ਿੰਮੇਵਾਰੀ ਤਾਂ ਚਲੋ ਮੰਨ ਲਿਆ ਕਿ ਸਰਕਾਰੀ ਤੰਤਰ ਦੀ ਆ, ਪਰ ਸਰਕਾਰੀ ਤੰਤਰ ਆਪਾਂ ਪਿਛਲੀ ਵਾਰ ਵੀ ਜਦੋਂ ਗੱਲ ਕਰ ਰਹੇ ਸੀਗੇ, ਪਿਛਲੇ ਭਾਗ ਦੇ ਵਿੱਚ ਵੀ ਜਦੋਂ ਗੱਲ ਕਰ ਰਹੇ ਸੀਗੇ, ਸੰਵਿਧਾਨ ਨੇ ਸਾਨੂੰ ਹੱਕ ਦਿੱਤੇ। ਉਹ ਤੁਸੀਂ ਕਿਹਾ ਕਿ ਆਰਟੀਕਲ ਜਾਂ ਸੈਕਸ਼ਨ ਸਾਡੇ ਕੋਲੇ 100 ਪਿਆ, ਫਿਰ ਉਸ ਦੇ ਅਧੀਨ ਸੰਸਥਾਵਾਂ ਨੂੰ ਕੰਮ ਕੀ ਕਰਨੇ ਚਾਹੀਦੇ ਆ? ਜਿਹੜੀਆਂ ਸਰਕਾਰ ਦੀਆਂ ਸੰਸਥਾਵਾਂ ਨੇ ਕੰਮ ਕੀ ਕਰਨੇ ਚਾਹੀਦੇ ਪਰ ਕਰਦੀਆਂ ਕਿਉਂ ਨਹੀਂ ਹੈਗੀਆਂ? ਉਹ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਪਿਛਲੀ ਨਹੀਂ ਕਲੀਅਰ ਹੋਈ ਇਹ ਗੱਲ। ਸੰਵਿਧਾਨ ਨੇ ਕੱਲੀ ਡਿਊਟੀ ਨਹੀਂ ਦਿੱਤੀ, ਸੰਵਿਧਾਨ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਕਸਮ ਖਾਧੀ ਹੈ, ਜਿਨ੍ਹਾਂ ਨੂੰ ਨਾਗਰਿਕ ਨੇ ਚੁਣ ਕੇ ਸੇਵਾ ਦਾ ਮੌਕਾ ਦਿੱਤਾ ਹੈਗਾ, ਦੇਸ਼ ਦੇ ਵਾਰਸਾਂ ਨੂੰ, ਸਟੇਟ ਦੇ ਵਾਰਸਾਂ ਨੂੰ, ਰਾਜ ਦੇ ਵਾਰਸਾਂ ਨੂੰ, ਉਹਨਾਂ ਨੂੰ ਸਵਾਲ ਜਿਹੜਾ ਹੈ ਨਾ, ਮੈਂ ਬੀਇੰਗ ਏ ਰਿਪਰੈਜ਼ੈਂਟੇਟਿਵ ਉਹ ਰੋਲ ਰਹੇ ਨਾਗਰਿਕਾਂ ਦਾ, ਉਹਨਾਂ ਦੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹਨਾਂ ਵੱਲੋਂ ਮੈਂ ਇਹ ਸਵਾਲ ਜਿਹੜਾ ਹੈਗਾ, ਇਹ ਸਵਾਲ ਜਿਹੜਾ ਮਤਲਬ ਉਹਨਾਂ ਵੱਲੋਂ ਹੀ ਕਰਦਾ। ਬਣ ਚੁੱਕੀ ਹਾਲਤ ਦਾ ਇਜ਼ਹਾਰ, ਉਹਨਾਂ ਦੀ ਹਾਲਤ ਦਾ ਇਜ਼ਹਾਰ ਕਰਦਾ ਹੈ, ਕਿਉਂਕਿ ਉਹਨਾਂ ਦੀ ਹਾਲਤ ਦਾ ਜੇ ਇਜ਼ਹਾਰ ਨਹੀਂ ਕਰੋਗੇ ਤੇ ਪੁਕਾਰ ਵੀ ਕਰਦਾ ਹੈ ਵੀ ਇਹ ਚੇਤੇ ਕਿਉਂ ਨਹੀਂ ਆਏ? ਇਹ ਵੀ ਤਾਂ ਇਸ ਦੇਸ਼ ਦੇ ਜਾਏ ਆ, ਇਸ ਰਾਜ ਦੇ ਜਾਏ ਆ, ਇਸ ਦੇਸ਼ ਦੇ ਜਾਏ ਆ, ਤੁਹਾਨੂੰ ਚੇਤੇ ਕਿਉਂ ਨਹੀਂ ਆਏ? ਤੁਹਾਡੀਆਂ ਅੱਜ ਤੱਕ ਮੈਨੀਫੈਸਟੋ ਵਿੱਚ ਕਿਉਂ ਨਹੀਂ ਐਡ ਹੋ ਰਹੇ? ਤੁਹਾਡੀ ਅੱਜ ਤੱਕ ਮਤਲਬ ਸਟੇਟ ਤੇ ਜਿਹੜੀ ਵੀ ਮਤਲਬ ਕਿਤੇ ਵੀ ਤੁਸੀਂ ਜਾਂਦੇ ਹੋ, ਮਤਲਬ ਉਹ ਸਟੇਜ ਤੇ ਖੜ ਕੇ ਇਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ, ਜਿਨ੍ਹਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ? ਇਹ ਸਵਾਲ ਜਿਹੜਾ ਹੈਗਾ, ਇਸ ਦਾ ਜਵਾਬ ਅਸੀਂ ਉਡੀਕ ਰਹੇ ਹਾਂ। ਇਹ ਦੇਸ਼ ਦੇ ਨਾਗਰਿਕ ਹੈ। ਔਰ ਇਹ ਸਵਾਲ ਮੈਂ ਸਾਫ਼ ਔਰ ਕਲੀਅਰ ਕਰ ਦਿੰਦਾ ਕਿ ਇਸ ਤੋਂ ਬਾਅਦ ਕੋਈ ਵੀ ਰਾਜਨੀਤਿਕ ਪ੍ਰੈਸ ਕਾਨਫਰੰਸ ਹੋਏਗੀ, ਕੋਈ ਵੀ ਰਾਜਨੀਤਿਕ ਰੈਲੀ ਹੋਏਗੀ, ਕਿਸੇ ਵੀ ਰਾਜਨੀਤਿਕ ਇੰਟਰਵਿਊ ਹੋਏਗੀ, ਖਾਸ ਤੌਰ ਦੇ ਉੱਤੇ ਜਸ ਪੰਜਾਬੀ ਦੇ ਉੱਤੇ ਅਸੀਂ ਇਹ ਸਵਾਲ ਜ਼ਰੂਰ ਪੁੱਛਾਂਗੇ ਕਿ ਤੁਹਾਡੀ ਚੋਣ ਮਨੋਰਥ ਪੱਤਰ, ਤੁਹਾਡੇ ਮੈਨੀਫੈਸਟੋਆਂ ਦੇ ਵਿੱਚ ਜਾਂ ਤੁਹਾਡੀਆਂ ਸਟੇਜਾਂ ਤੋਂ ਇਹ ਲੋਕ, ਇਹਨਾਂ ਦੇ ਮੁੱਦੇ ਗਾਇਬ ਕਿਉਂ ਨੇ? ਕਿਉਂ ਗਾਇਬ ਨੇ? ਆਰਟੀਕਲ 100 ਦੇ ਤਹਿਤ ਕੀ ਬਣਦਾ? ਐਕਚੁਅਲ ਦੇ ਵਿੱਚ ਇਹਨਾਂ ਦੇ ਰਾਈਟ ਕੀ ਬਣਦੇ ਆ? ਸਾਡੇ ਇਹ ਨਿਆਸਰੇ ਨੇ ਜਿਹੜੇ। ਬਿਲਕੁਲ ਇਹ ਗੱਲ ਬਹੁਤ ਇੰਪੋਰਟੈਂਟ ਹੈਗੀ। ਪਹਿਲੀ ਗੱਲ ਤਾਂ ਇਹ ਸੰਵਿਧਾਨ ਜਿਹੜਾ ਨਾ, ਇਹ ਨਜ਼ਰਅੰਦਾਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਜੀ। ਜਿਹੜੀ ਨਾਲ ਦੀ ਨਾਲ ਦੂਜੀ ਗੱਲ ਹੈ, ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਅੱਜ ਦੀਆਂ ਜੇ ਮੈਂ ਤੁਹਾਨੂੰ ਫੋਨ ਮਤਲਬ ਘਟਨਾਵਾਂ ਦੱਸਾਂ, ਜੇ ਹੁਣ ਫੋਨ ਆਨ ਹੁੰਦਾ ਨਾ ਜੀ ਤੇ ਹੁਣ ਕਿੰਨੀਆਂ ਕਾਲਸ ਆ ਜਾਣੀਆਂ ਸੀ, ਸਾਨੂੰ ਉੱਥੋਂ ਤੁਰਨ ਲੱਗੀਆਂ ਕਿੰਨੀਆਂ ਕਾਲਸ ਆ ਚੁੱਕੀਆਂ।
ਤੇ ਕੋਈ ਕਿਤੇ ਰੁਲ ਰਿਹਾ ਤੇ ਕੋਈ ਲੜਕੀ ਕਿਤੇ ਰੁਲ ਰਹੀ ਹੈ, ਕੋਈ ਬਜ਼ੁਰਗ ਕਿਤੇ ਰੁਲ ਰਿਹਾ ਤੇ ਕੋਈ ਬੱਚਾ ਕਿਤੇ ਰੁਲ ਰਿਹਾ, ਕੋਈ 6 ਮਹੀਨੇ ਦਾ ਬੱਚਾ ਹੈ, ਕਹਿੰਦੇ ਸਾਡੇ ਕੋਲ ਅਰੇਂਜਮੈਂਟ ਨਹੀਂ ਹੈ। ਤੇ ਜਿਹੜੇ ਨੂੰ ਦਾਖਲ ਅਸੀਂ ਕਰਕੇ ਅਸੀਂ ਕਹਿੰਦੇ ਸਾਨੂੰ ਪਤਾ ਵੀ ਹੈਗਾ ਤੁਹਾਡੇ ਕੋਲ ਸਮਰੱਥਾ ਤੋਂ ਕਿਤੇ ਵੱਧ ਨਾਗਰਿਕ ਹੈ, ਸਾਨੂੰ ਇਸ ਗੱਲ ਦਾ ਪਤਾ ਹੈ। ਤੇ ਦੂਜਾ ਸਾਡੇ ਕੋਲ ਕੋਈ ਅਰੇਂਜਮੈਂਟ ਨਹੀਂ ਹੈਗਾ, ਇਸ ਕਰਕੇ ਇਹ ਤੁਹਾਡੇ ਕੋਲ ਹੀ ਅਸੀਂ ਭੇਜ ਰਹੇ ਹਾਂ ਤੇ ਆਰਡਰ ਕਰ ਰਹੇ ਹਾਂ ਇੱਥੇ ਰੱਖਣ ਦਾ। ਦੂਜੀ ਇਹ ਤਾਂ ਗੱਲ ਹੋਈ ਉਦੋਂ ਜਿਸ ਵੇਲੇ ਚਲੋ ਕੋਈ ਚੀਜ਼ ਹਾਈਲਾਈਟ ਹੋ ਗਈ, ਸਮਾਜਦਰਦੀਆਂ ਨੇ ਜਾ ਕੇ ਉੱਥੇ ਗੱਲ ਕਹੀ ਹੈ। ਜਿਹੜਾ ਸੰਵਿਧਾਨ ਦੇ ਵਿੱਚ ਤੁਸੀਂ 100 ਨੰਬਰ ਦੀ ਗੱਲ ਕਰਦੇ ਆ, ਇਹ ਅਧਿਕਾਰ ਨਾ ਸਾਨੂੰ ਸੰਸਥਾਵਾਂ ਨੂੰ ਨਹੀਂ ਹੈਗਾ ਕਿ ਅਸੀਂ ਚੱਕੀਏ। ਤੁਸੀਂ ਨਹੀਂ ਚੱਕ ਸਕਦੇ, ਤੁਹਾਡੇ ਕੋਲੇ ਕੋਈ ਰਾਈਟ ਨਹੀਂ ਹੈਗਾ। ਤੁਸੀਂ ਚੱਕੋਗੇ, ਅਸੀਂ ਕਿੰਨੀਆਂ ਪੇਸ਼ੀਆਂ ਭੁਗਤ ਰਹੇ ਹਾਂ, ਕ੍ਰਿਮੀਨਲ ਕੇਸ। ਕਿੱਦਾਂ ਮੈਨੂੰ ਇਸ ਗੱਲ ਨੂੰ ਵੀ ਦੱਸੋ ਜ਼ਰੂਰ ਕਿ ਹਾਲਾਂਕਿ ਆਰਟੀਕਲ ਮਤਲਬ 100 ਕਹਿੰਦਾ ਕਿ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਂ ਉਸ ਦੀਆਂ ਸੰਸਥਾਵਾਂ ਦੀਆਂ, ਪਰ ਜੇ ਤੁਹਾਡੇ ਵਰਗੇ ਸਮਾਜ ਸੇਵਾ ਕਰਦੇ ਆ ਜਾਂ ਤੁਹਾਡੇ ਵਰਗੇ ਮਨੁੱਖਤਾ ਦੇ ਮਾਰੇ ਭੱਜੇ ਫਿਰਦੇ ਆ ਤਾਂ ਤੁਹਾਡੇ ਖਿਲਾਫ FIR ਕਿਉਂ ਨਹੀਂ ਜੀ? ਤੁਸੀਂ ਪੇਸ਼ੀਆਂ ਤੁਸੀਂ ਕਿਉਂ ਭੁਗਤਦੇ ਹੋ? ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਇਹਨੂੰ ਚੱਕਣ ਦਾ? ਤੁਸੀਂ ਅੰਗ ਵੇਚਣੇ ਇਹਦੇ? प्यारे दर्शकों, ये बड़ी क्लियर गल ये इश्क नहीं आसान इतना भी समझ लीजिए, ये इश्क नहीं आसान इतना ही समझ लीजिए, एक आग का दरिया है और डूब के जाना है। ये इश्क है मनुखता दा, पर अग दा दरिया है भरा, जाना भी डुब के पऊगा। धन ने जिहड़े लोग लगे हुए है, धन ने प्रभ आसरा वर्गियां संस्थावां जिहड़ियां कर रहीआं ने, किड्डा वड्डा सवाल भी भाई तुसीं क्यों चक लिया, तुसीं तां इन्हां दे अंग वेचोगे, ये सवाल खड़ा कीता जांदा है। आप करना नहीं, जे कोई करदा है तो डीके किन्ने ज़्यादा ने जी। इसी मसले ते गल करो की हुंदा है सर? जे किसी नूं शक होवे मैनूं पुछ, मतलब मैं तुहानूं दिखा दांगा जिहड़े केस पे होए इन्हां ने इन्हां दी प्रॉपर्टी नौ लाउणी होनी है। किन्ने सौ केस आए अज तक। हुण भाई साहब मेरे नाल जिहड़े हैगे आ, इन्हां ने मतलब कहंदे भी बाहर बंदा कोई सज्जण इन्नी ठंड दे विच, हुण कुछ ही मतलब दिनां दी गल है, जे बच्ची नूं दाखल करके हटे सी ते उस तो बाद एक होर मतलब बजुर्ग ਉਹਦੀ ਉਮਰ ਮੈਨੂੰ ਲੱਗਦਾ ਸ਼ਾਇਦ ਹੋਣੀ ਕੋਈ 50 ਸਾਲ ਦੀ, ਵੈਸੇ ਇੰਨਾ ਬਜ਼ੁਰਗ ਵੀ ਨਹੀਂ ਸੀ, ਪਰ ਜਿਸ ਵੇਲੇ ਭੁੱਖਾ ਪਿਆਸਾ ਹੋਵੇ ਤੇ ਅੱਤ ਦੀ ਠੰਡ ਜਿਹੜੀ ਹੈ ਤੇ ਇਹੋ ਜਿਹੇ ਹਾਲਾਤਾਂ ਵਿੱਚ ਹੋਵੇ ਉਹ, ਤੇ ਉਸ ਵੇਲੇ ਤਾਂ ਪਛਾਣਨਾ ਵੀ ਬੜਾ ਮੁਸ਼ਕਲ ਹੋ ਜਾਂਦਾ ਵੀ ਇਹਦੀ ਉਮਰ ਤੇ ਕੀ ਹਾਲਾਤ ਹੈ ਨਾ, ਜਿਹੜੇ ਉਹ ਕੁਛ ਤੇ ਕੁਛ ਬਣਾ ਦਿੰਦੇ ਆ। ਤੇ ਉਹਨਾਂ ਨੂੰ ਮਤਲਬ ਚੱਕ ਕੇ ਜਦੋਂ ਅਸੀਂ ਅੰਦਰ ਲਿਆਂਦਾ ਤੇ ਫਟਾਫਟ ਉਹਨੇ ਖਾਣ ਪੀਣ ਦਾ ਤਾਂ ਕੁਛ ਨਹੀਂ, ਇੱਕਦਮ ਐਦਾਂ ਗਿਰਿਆ ਵੀ ਜਿਸ ਵੇਲੇ ਐਂ ਲੱਗਦਾ ਸੀ ਵੀ ਜੇ ਨਾ ਚੱਕਿਆ ਜਾਂਦਾ ਉਹ ਭੁੱਖਾ ਪਿਆਸਾ ਉਹਦੇ ਨਾਲ ਕੀ ਹੋ ਜਾਂਦਾ। ਤੇ ਜ਼ਬਰਦਸਤੀ ਕੁਛ ਨਾ ਕੁਛ ਉਹਨਾਂ ਨੂੰ ਖਿਲਾਇਆ ਤੇ ਅੱਜ ਉਹ ਭਾਵੇਂ ਘਰ ਦਾ ਐਡਰੈਸ ਤਾਂ ਜੇ ਮੈਂਟਲ ਹੈਲਥ ਜਿਹੜੀ ਹੈਗੀ ਹੈ ਨਾ, ਜਿਹਨੂੰ ਅਸੀਂ ਹੈਲਥ ਵੀ ਨਹੀਂ ਸਮਝ ਰਹੇ, ਤੇ ਉਹ ਤਾਂ ਉਹਦੀ ਭਾਵੇਂ ਅਸੀਂ ਜੇ ਮਤਲਬ ਇੰਨੀ ਜ਼ਿਆਦਾ ਨਹੀਂ ਕਿ ਉਹ ਘਰ ਦਾ ਐਡਰੈਸ ਦੱਸ ਸਕੇ, ਪਰ ਉਹ ਦਿਨ ਦੂਰ ਨਹੀਂ, ਪਰ ਉਹਦੇ ਆਪਣੇ ਹੀ ਸੰਸਕਾਰ ਉਹ ਦੂਜਿਆਂ ਦੇ ਕੰਮ ਆ ਰਿਹਾ ਸੀ, ਉਹ ਦੂਜਿਆਂ ਦੀ ਹੈਲਪ ਕਰਨ ਦੇ ਸਮਰੱਥ ਬਣ ਗਿਆ। ਉਹ ਮੈਨੂੰ ਲੱਗਦਾ ਬੜੀ ਥੋੜੀ ਦੇਰ 'ਚ ਮਾਲਕ ਦੀ ਕਿਰਪਾ ਦੇ ਨਾਲ ਉਹਦੇ ਵਾਰਸ ਵੀ ਲੱਭ ਜਾਣਗੇ, ਪਰ ਉਹ ਕੀਤਾ ਸੀ ਇਲੀਗਲ ਹੈ। ਹੁਣ ਮੈਂ ਤੁਹਾਨੂੰ ਕੀ ਲਾਈਕ ਜਿਹੜੇ ਸੈਕਸ਼ਨ ਦੀ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਕਿ ਇਹ ਸੈਕਸ਼ਨ ਜਿਹੜਾ ਹੈਗਾ ਇਹ ਸੰਵਿਧਾਨ ਦਾ ਸੈਕਸ਼ਨ ਤੇ ਸਬ ਸੈਕਸ਼ਨ ਜਿਹਦੇ ਵਿੱਚ ਅਧਿਕਾਰ ਦਿੱਤੇ ਗਏ ਆ ਸੰਬੰਧਿਤ ਮਹਿਕਮਿਆਂ ਨੂੰ, ਉਹਨਾਂ ਦੇ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਗਏ ਆ। ਗੌਰਮੈਂਟ ਨੂੰ ਪਾਵਰ ਦਿੱਤੀ ਗਈ ਹੈ, ਸੰਵਿਧਾਨ ਨੇ ਦਿੱਤੀ ਹੈ, ਉਹ ਸੰਸਥਾਵਾਂ ਨੂੰ ਪਾਵਰ ਨਹੀਂ ਦਿੱਤੀ। ਸਾਨੂੰ ਤੇ ਸਵਾਲ ਸਾਡੇ ਤਾਂ ਖੜੇ ਹੈਗੇ, ਮੈਂ ਬਹੁਤ ਵਾਰ ਕਿਹਾ ਪਹਿਲਾਂ ਮੈਂ ਕਿਹਾ 100 200 400 500 ਬੰਦੇ ਨੂੰ ਰੱਖ ਲਾਂਗੇ, ਪਰ ਜਦੋਂ 800 ਕੁਛ ਬੰਦੇ ਸਾਡੇ ਕੋਲ ਦਾਖਲ ਹੋਏ ਸੀ ਉਸ ਤੋਂ ਬਾਅਦ ਫਿਰ ਇਹ ਸਵਾਲ ਖੜੇ ਹੋਏ ਸੀ ਕਿ ਤੁਸੀਂ ਕਿਵੇਂ ਰੱਖ ਸਕਦੇ ਹੋ ਇਦਾਂ, ਤੁਸੀਂ ਕਿਵੇਂ ਚੱਕ ਸਕਦੇ ਹੋ ਇਦਾਂ। ਨਹੀਂ ਇਹ ਸਵਾਲ ਸਿੱਧੇ ਤੌਰ ਤੇ ਬਿਲਕੁਲ ਸਾਫ਼ ਗੱਲ ਸਪਸ਼ਟ ਦੱਸੋ ਸਰ। ਇਹਦੇ ਇਸ ਦੀਆਂ ਇੱਕ ਘਟਨਾਵਾਂ ਨਹੀਂ, ਬਹੁਤ ਸਾਰੀਆਂ ਘਟਨਾਵਾਂ ਹੈ। ਇਹ ਕੇਸ ਕੋਈ ਮਤਲਬ ਆਮ ਛੋਟੀ ਜਗ੍ਹਾ ਤੇ ਡਿਸਕਸ ਨਹੀਂ ਹੋਏ, ਹਾਈ ਕੋਰਟ 'ਚ ਹੋਏ, ਦੂਜੀਆਂ ਡਿਸਟ੍ਰਿਕਟ ਕੋਰਟ 'ਚ ਵੀ ਹੋਏ, ਹਾਈ ਕੋਰਟ 'ਚ ਵੀ ਹੋਏ ਹੈ। ਭਰੀਆਂ ਮਤਲਬ ਜਿਹੜੀਆਂ ਮੀਟਿੰਗਾਂ ਸੀ ਉਹਦੇ ਵੀ ਜਦੋਂ ਮੈਂ ਕਿਹਾ ਵੀ ਜਿੱਡਾ ਮਰਜ਼ੀ ਪ੍ਰਸ਼ਾਸਨ ਭਾਵੇਂ ਸਾਡੇ ਸਤਿਕਾਰਯੋਗ ਹੈ ਸਾਰੇ, ਸਭ ਦੀ ਅਸੀਂ ਰਿਸਪੈਕਟ ਕਰਦੇ ਹਾਂ, ਪਰ ਨਾਗਰਿਕ ਨੂੰ ਥੋੜਾ ਹੁਣ ਅਸੀਂ ਕੁਰਬਾਨ ਕਰ ਦਾਂਗੇ। ਠੀਕ ਹੈ, ਸਾਡਾ ਦੇਸ਼ ਹੈ, ਸਾਡੇ ਸੰਬੰਧਿਤ ਸਾਰੇ ਅਧਿਕਾਰੀ ਹੈ, ਪਰ ਅਸੀਂ ਕਿਸੇ ਕੀਮਤ ਤੇ ਨਾਗਰਿਕ ਤੜਫ ਰਿਹਾ ਹੋਵੇ ਤੇ ਸਾਡੇ ਲਈ ਨਾਗਰਿਕ ਤੋਂ ਵੱਧ ਕੇ ਕੁਛ ਨਹੀਂ ਹੈ। ਮੈਨੂੰ ਉੱਥੇ ਕਹਿਣਾ ਪਿਆ ਵੀ ਜੇਕਰ ਮਤਲਬ ਸੰਵਿਧਾਨ ਦੀ ਅਸੀਂ ਰਿਸਪੈਕਟ ਕਰਦੇ ਹਾਂ, ਪਰ ਸੰਵਿਧਾਨ ਦੇ ਆਧਾਰ ਤੇ ਜੇਕਰ ਸੇਵਾ ਨਾ ਕਰਨ, ਸੰਵਿਧਾਨ ਦੇ ਆਧਾਰ ਤੇ ਜੇਕਰ ਡਿਊਟੀ ਸੰਬੰਧਿਤ ਅਧਿਕਾਰੀ ਤੇ ਮਹਿਕਮੇ ਕੋਲ ਟਾਈਮ ਹੀ ਨਾ ਹੋਵੇ ਸੁਣਨ ਨੂੰ ਗੱਲ, ਤੇ ਜਾਂ ਫਿਰ ਉਹ ਬਰਡਨ ਸ਼ਿਫਟ ਕਰਨ ਦੇ ਐਟੀਟਿਊਡ ਨਾਲ ਹੀ ਗੱਲ ਕਰਨ, ਜਾਂ ਉਹ ਅਟੈਂਡ ਹੀ ਨਾ ਕਰਨ। ਨਹੀਂ ਬਰਡਨ ਸ਼ਿਫਟ ਕਰਕੇ ਵੀ ਸਵਾਲ ਚੱਕਦੇ ਤੁਹਾਡੇ ਤੇ। ਮੈਂ ਕਿਹਾ ਜੀ, ਮੈਂ ਕਿਹਾ ਇਹਦੇ ਵਾਰਸ ਮਿਲ ਗਏ ਆ ਬੱਚੇ ਦੇ, ਕਹਿੰਦੇ ਤੁਸੀਂ ਹੈਂਡ ਓਵਰ ਨਹੀਂ ਕਰ ਸਕਦੇ। ਮੈਂ ਕਿਹਾ ਫਿਰ ਤੁਸੀਂ ਪਹੁੰਚੋ ਫਟਾਫਟ। ਮਾਂ ਜਿਹੜੀ ਹੈ ਬੱਚੇ ਨੂੰ ਮਿਲਣਾ ਚਾਹੁੰਦੀ ਹੈ ਤੇ ਬੱਚਾ ਮਾਂ ਨੂੰ ਮਿਲਣਾ ਚਾਹੁੰਦਾ, ਤੇ ਡਿਸਟਰਬ ਹੋਏ ਪਏ ਆ ਦੋਨੋਂ, ਤੇ ਬੱਚਾ ਘਰ ਤੋਂ ਗੁੰਮ ਹੋਇਆ ਸੀ। ਕਹਿੰਦੇ ਜੀ 3 ਛੁੱਟੀਆਂ ਆਈਆਂ ਹੋਈਆਂ, ਚੌਥੇ ਨੂੰ ਮੀਟਿੰਗ ਰੱਖਾਂਗੇ, ਉਸ ਤੋਂ ਬਾਅਦ ਕਹਿੰਦੇ ਆਪਾਂ ਡਿਸਾਈਡ ਕਰਾਂਗੇ ਉਹਨਾਂ ਨੂੰ ਬੱਚਾ ਦੇਣਾ ਕਿ ਨਹੀਂ ਦੇਣਾ। ਮੱਥਾ ਫੜ ਕੇ ਬੈਠ ਜਾਈਏ ਪਿਆਰੇ ਦਰਸ਼ਕੋ, ਕੀ ਕਰੀਏ ਇਸ ਤੋਂ ਵੱਧ।
ਮਤਲਬ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋਏਗੀ ਕਿ ਜਿਹੜੇ ਕੁਝ ਕਰਨਾ ਵੀ ਚਾਹੁੰਦੇ ਆ ਤੇ ਉਹਨਾਂ ਦੇ ਲਈ ਕੀ ਅੜਿੱਕੇ ਅੜਾਏ ਜਾਂਦੇ ਆ। ਜੇ ਕੋਈ ਸਵੈ ਰੂਪ ਦੇ ਵਿੱਚ ਕੋਈ ਸੇਵਾ ਕਰ ਰਹੇ ਆ ਜਾਂ ਇੱਕ ਸੰਸਥਾ ਬਣਾ ਕੇ ਕਰ ਰਹੇ ਆ, 3 ਛੁੱਟੀਆਂ ਆ ਗਈਆਂ ਸਰਕਾਰੀ ਤੇ ਸਿਰ ਤੇ ਹੱਥ ਨਾ ਮਾਰਾਂਗੇ ਤਾਂ ਹੋਰ ਫਿਰ ਕੀ ਕਰਾਂਗੇ। ਇਹ ਤਾਂ ਸਾਡੇ ਆਲੇ ਦੁਆਲੇ ਦਾ ਮਤਲਬ ਢਾਂਚਾ ਹੋਇਆ ਪਿਆ, ਜਾਂ ਢਾਂਚੇ ਦੀਆਂ ਜਿਹੜੀਆਂ ਕਮੀਆਂ ਨੇ, ਜਿਹੜੇ ਲੂਪ ਹੋਲਸ ਨੇ, ਜਿਹਨੂੰ ਚੋਰ ਮੋਰੀਆਂ ਕਹਿੰਦੇ ਆ, ਇਹ ਚੋਰ ਮੋਰੀਆਂ ਦਾ ਜਿਹੜਾ ਇਹ ਆ ਸਾਰਾ ਇਹ ਸੱਚ ਇਸ ਕਰਕੇ ਬਾਹਰ ਆਉਣੇ ਜ਼ਰੂਰੀ ਨੇ ਕਿ ਕਈ ਵਾਰ ਅਸੀਂ ਭੁਲੇਖੇ ਸਿਰਜ ਲੈਂਦੇ ਆ ਕਿ ਸ਼ਾਇਦ ਇਹ ਜਿਹੜੇ ਸੇਵਾ ਕਰ ਰਹੇ ਇਹਨਾਂ ਨੇ ਕੀ ਖੱਟਣਾ ਹੋਵੇ। ਉਹੀ ਜਿਹੜੇ ਸਵਾਲ ਉਹ ਚੱਕਦੇ ਆ ਕਿ ਇਹਨਾਂ ਦੇ ਪ੍ਰਾਪਰਟੀ ਨਾ ਲਵਾਉਣੀ ਹੋਊ ਤੇ ਫਲਾਣਾ ਤੇ ਢਿਮਕਾ। ਤੇ ਬਾਈ ਜੀ ਬ੍ਰੇਕ ਦਾ ਮੈਨੂੰ ਇਸ਼ਾਰਾ ਆਇਆ, ਬ੍ਰੇਕ ਤੇ ਅਗਲੇਰੇ ਪਾਰ ਜਾ ਕੇ ਆਪਾਂ ਇਸੇ ਚਰਚਾ ਨੂੰ ਜਾਰੀ ਰੱਖਾਂਗੇ। ਔਰ ਇਸੇ ਚਰਚਾ ਦੇ ਵਿੱਚ ਇੱਕ ਚੀਜ਼ ਮੈਂ ਹੋਰ ਜੋੜਨੀ ਚਾਹਾਂਗਾ, ਕਿਉਂਕਿ ਭਾਈ ਸਾਹਿਬ ਹੋਰਾਂ ਨੇ ਪੂਰੇ ਭਾਰਤ ਦਾ ਭ੍ਰਮਣ ਵੀ ਕੀਤਾ ਹੈ ਇਸੇ ਵਿਸ਼ੇ ਨੂੰ ਲੈ ਕੇ, ਭਾਰਤ ਤੋਂ ਬਾਹਰ ਵੀ ਗਏ ਨੇ। ਉੱਥੋਂ ਦੇ ਹਾਲਾਤ ਕੀ ਨੇ, ਉੱਥੇ ਕਿਸ ਤਰੀਕੇ ਦਾ ਮੋਡਸ ਆਪਰੈਂਟੀ ਰਹਿੰਦਾ, ਉੱਥੇ ਕਿਵੇਂ ਲੋਕ ਵੇਖਦੇ ਆ ਜਾਂ ਸਰਕਾਰਾਂ ਜਾਂ ਸਿਸਟਮ ਕਿਵੇਂ ਵੇਖਦਾ। ਪਰ ਫਿਲਹਾਲ ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ, ਬ੍ਰੇਕ ਦੇ ਅਗਲੇਰੇ ਪਾਰ ਇਸ ਚਰਚਾ ਨੂੰ ਜਾਰੀ ਰੱਖਾਂਗੇ। ਬ੍ਰੇਕ ਦੇ ਇਸ ਪਾਰ ਤੁਹਾਡਾ ਫਿਰ ਤੋਂ ਸਵਾਗਤ ਹੈ। ਸਮਾਜ ਸੇਵਾ ਤੇ ਸੰਵਿਧਾਨ, ਅਸੀਂ ਜਿਸ ਮਸਲੇ ਨੂੰ ਵਿਚਾਰ ਦੇ ਵਿੱਚ ਰੱਖਿਆ ਹੋਇਆ ਹੈ ਇਹ ਨਹੀਂ ਜਲਦੀ ਨਿਬੜਨ ਵਾਲਾ। ਇਸ ਦੀਆਂ ਜਦੋਂ ਅਸੀਂ ਅੰਦਰਲੀਆਂ ਪਰਤਾਂ ਸੁਣਦੇ ਹਾਂ ਤਾਂ ਅੱਖਾਂ ਵੀ ਖੁੱਲ੍ਹਦੀਆਂ ਨੇ, ਅੱਖਾਂ 'ਚ ਅੱਥਰੂ ਵੀ ਆਉਂਦੇ ਆ ਤੇ ਦਿਲ ਵੀ ਲੂਹਿਆ ਜਾਂਦਾ। ਬਤੌਰ ਇੱਕ ਜਾਗਰੂਕ ਮਨੁੱਖ ਦੇ, ਜਿਹੜਾ ਵੀ ਕੋਈ ਜਾਗਰੂਕ ਮਨੁੱਖ ਹੋਏਗਾ ਉਸ ਨਾਲ ਇਸੇ ਤਰੀਕੇ ਦੇ ਭਾਵ ਆਉਣਗੇ ਜ਼ਰੂਰ, ਜੇਕਰ ਚੇਤਨਤਾ ਤੁਹਾਡੇ ਕੋਲ ਹੈ। ਇਸ ਕਰਕੇ ਪਰ ਜਦੋਂ ਅਸੀਂ ਸਮਾਜ ਸੇਵਾ ਔਰ ਸੰਵਿਧਾਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਤੋਂ ਬਿਹਤਰ ਉਸ ਗੱਲ ਨੂੰ ਕੋਈ ਵਿਖਿਆਨ ਨਹੀਂ ਕਰ ਸਕਦਾ ਜਿਹੜੇ ਹੰਢਾਰੇ ਹੁੰਦੇ ਆ। ਮੈਂ ਉਹ ਸ਼ਬਦ ਅੱਜ ਵਾਰ-ਵਾਰ ਵਰਤ ਰਿਹਾ, ਭੁਗਤ ਭੋਗੀ, ਕਿ ਭਾਈ ਇਹ ਤਾਂ ਪ੍ਰਾਪਰਟੀਆਂ ਨਾ ਲਵਾ ਲੈਣਗੇ, ਜਾਂ ਜੇ ਤੁਸੀਂ ਕਿਸੇ ਨੂੰ ਚੱਕ ਕੇ ਅੰਦਰ ਵੀ ਕਰ ਲਿਆ ਤਾਂ ਤੁਹਾਨੂੰ ਕਿਹਨੇ ਹੱਕ ਦਿੱਤਾ। ਸਰਕਾਰ ਆਪਣੇ ਕਰਤੱਵਾਂ ਤੋਂ ਭੱਜਦੀ ਹੈ, ਰਾਜਨੀਤਿਕ ਪਾਰਟੀਆਂ ਆਪਣੇ ਕਰਤੱਵਾਂ ਤੋਂ ਭੱਜਦੀਆਂ ਨੇ, ਤੇ ਜੇ ਕੋਈ ਉਸ ਕਰਤੱਵ ਨੂੰ ਨਿਭਾਉਣ ਦਾ ਯਤਨ ਕਰਦਾ ਤੇ ਫਿਰ ਉਹ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਂਦਾ। ਬ੍ਰੇਕ ਤੋਂ ਇਸ ਪਾਰ ਆਓ ਫਿਰ ਚਰਚਾ ਨੂੰ ਮੁੜ ਤੋਂ ਜੋੜਦੇ ਹਾਂ। ਭਾਈ ਸਾਹਿਬ ਮੁੜ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਘੁੰਮੇ ਹੋ। ਪਹਿਲਾਂ ਤਾਂ ਭਾਰਤ ਦੇਸ਼ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਨੂੰ ਛੱਡ ਦਈਏ। ਪੰਜਾਬ ਦੇ ਹਾਲਾਤ ਤਾਂ ਤੁਸੀਂ ਆਪ ਦੱਸ ਰਹੇ ਹੋ ਕਿ ਕੀ ਆਪਣੇ ਹੋਏ ਪਏ ਨੇ। ਬਾਕੀ ਸੂਬਿਆਂ ਦਾ ਕੀ ਹਾਲ ਹੈ, ਬਾਕੀ ਦੇਸ਼ਾਂ 'ਤੇ ਫਿਰ ਜਾਂਦੇ, ਬਾਕੀ ਸੂਬਿਆਂ ਦੇ ਵਿੱਚ ਵੀ ਕੀ ਮਨੁੱਖਾਂ ਦੇ ਨਾਲ ਇਹੀ ਵਿਹਾਰ ਹੋ ਰਿਹਾ। ਦੇਖੋ ਇੱਥੇ ਇਸ ਮੁਲਕ ਦੇ ਵਿੱਚ ਨਾ ਜਾਤਾਂ ਦੇ, ਪ੍ਰਾਂਤਾਂ ਦੇ, ਤੁਸੀਂ ਸੂਬਿਆਂ ਦੀ ਗੱਲ ਕਰਦੇ ਹੋ, ਮਜ਼ਹਬਾਂ ਦੇ ਰੌਲੇ ਬਹੁਤ ਸੁਣਨ ਨੂੰ ਮਿਲਦੇ, ਪਰ ਇਹਨਾਂ ਨਾਗਰਿਕਾਂ ਦੀ ਗੱਲ ਸੁਣਨ ਨੂੰ ਨਹੀਂ ਮਿਲਦੀ ਜਿਹੜੇ ਨਾਗਰਿਕ ਇੱਕ ਸੰਭਾਲ ਦੇ ਇਲਾਜ ਦੇ ਪੁਨਰਵਾਸ ਦੇ ਮੌਕੇ ਨੂੰ ਤਰਸ ਰਹੇ, ਜਿਨ੍ਹਾਂ ਦੇ ਪ੍ਰਤੀ ਗੱਲ ਉਹੀ ਆ ਜਾਂਦੀ ਹੈ ਵੀ ਸੰਵਿਧਾਨ ਦੇ ਆਧਾਰ ਤੇ ਦੇਸ਼ ਦੇ ਵਾਰਸਾਂ ਦੀ ਸੰਵਿਧਾਨਿਕ ਡਿਊਟੀ ਬਣਦੀ ਹੈ, ਜਿਹਦੇ ਪ੍ਰਤੀ ਕਸਮਾਂ ਖਾਧੀਆਂ ਹੁੰਦੀਆਂ ਹਨ। ਜੀ ਬਿਲਕੁਲ। ਤੇ ਇਹ ਮਤਲਬ ਪੰਜਾਬ ਦੇ ਵਿੱਚ ਕੱਲੀ ਇੱਥੋਂ ਦੀ ਨਹੀਂ ਗੱਲ ਹੈਗੀ, ਇੱਥੇ ਤਾਂ ਮੈਨੂੰ ਲੱਗਦਾ ਫਿਰ ਵੀ ਕੁਝ % ਹੈ ਨਾ। ਜੇ ਆਪਾਂ ਇੱਕ ਹਸਪੀਟਲ ਦੀ ਗੱਲ ਕਰਦੇ ਹਾਂ, ਜਿਹੜੇ ਸਰੋਤੇ ਸੁਣ ਰਹੇ ਹੋਣੇ ਆ, ਉਹਦੇ ਵਿੱਚ ਬਹੁਤ ਅਵੇਅਰ ਸਾਡੇ ਸਤਿਕਾਰਯੋਗ ਸਰੋਤੇ ਆ ਜਿਨ੍ਹਾਂ ਨੂੰ ਮਤਲਬ ਬਹੁਤ ਕੁਝ ਪਤਾ ਹੋਣਾ, ਦੇਖਦੇ ਹੋਣੇ, ਨੈੱਟ ਦੇ ਉੱਤੇ ਕੱਢ ਰਹੇ ਹੋਣੇ ਆ ਕਿ ਯਾਰ ਮੈਂਟਲ ਹਸਪੀਟਲ ਅੰਮ੍ਰਿਤਸਰ ਹੈ ਤਾਂ ਹੈ, ਉੱਥੇ ਬੈੱਡ ਖਾਲੀ ਪਏ ਆ ਜੀ। ਹੁਣ ਬੈੱਡ ਤਾਂ ਖਾਲੀ ਪਏ ਆ, ਪਰ ਆਮ ਨਾਗਰਿਕ ਦਾਖਲ ਕਿੱਦਾਂ ਕਰਾ ਦੇਵੇ, ਉੱਥੇ ਨਹੀਂ ਅਟੈਂਡ ਕੀਤਾ ਜਾਂਦਾ। ਤੇ ਬਹੁਤ ਮਤਲਬ ਇੱਕ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਗੱਲ 4 ਦਿਨ ਛੁੱਟੀ, 3 ਦਿਨ ਛੁੱਟੀ ਕਹੀ ਸੀ ਜੀ, ਬਿਲਕੁਲ ਨਹੀਂ ਸੰਵਿਧਾਨ ਯਾਰ ਦਿੰਦਾ ਵੀ ਇਹ ਕਹਿ ਦਈਏ ਕਿ ਛੁੱਟੀ ਹੈਗੀ ਹੈ। ਇਹ ਕੋਈ ਨਾਰਮਲ ਕੰਮ ਨਹੀਂ, ਕਿਸੇ ਦੀ ਜਾਨ ਦਾ ਸਵਾਲ ਹੈਗਾ। ਇਹ ਇੱਥੇ ਛੁੱਟੀ ਨਹੀਂ ਹੈਗੀ। ਇਹ ਐਮਰਜੈਂਸੀ ਸੇਵਾਵਾਂ ਦੇ ਵਿੱਚ ਹੈਲਪਲਾਈਨਾਂ ਜਿਹੜੀਆਂ ਹੈਗੀਆਂ ਰੁਲ ਰਹੇ ਨਾਗਰਿਕ ਦੇ ਲਈ, ਜੋ ਵੀ ਇਹ ਲਾਈਕ ਖਾਸ ਕਰਕੇ ਜਿਸ ਦੀ ਆਪਾਂ ਗੱਲ ਕਰਦੇ ਹਾਂ ਐਕਟ ਦੇ ਆਧਾਰ ਤੇ ਨਾਗਰਿਕ ਨੂੰ ਕਿਸ ਤਰੀਕੇ ਨਾਲ ਸੰਭਾਲਣਾ ਹੈ ਤਾਂ ਕਿ ਉਹ ਸਵਾਰਥੀ ਹੱਥਾਂ ਵਿੱਚ ਨਾ ਚਲਾ ਜਾਵੇ। ਕਿਉਂਕਿ ਜਦੋਂ ਅਸੀਂ 80 ਸਾਲ ਦੀ ਔਰਤ ਦੇਖ ਰਹੇ ਹਾਂ ਕਿ ਰੇਪ ਤੋਂ ਪੀੜਤ ਆ ਰਹੀ ਹੈ, 70 ਸਾਲ ਦੀ ਔਰਤ ਰੇਪ ਤੋਂ ਪੀੜਤ ਆ ਰਹੀ ਹੈ, ਜਦੋਂ ਛੋਟੀਆਂ ਬੱਚੀਆਂ ਜਿਹਨੂੰ ਆਪਾਂ 10 ਸਾਲ ਦੀ ਕਹਿੰਦੇ ਮਤਲਬ ਉਹ ਬੱਚੇ ਨੂੰ ਜਨਮ ਦੇ ਰਹੀਆਂ ਹੈ, ਜਿੱਥੇ ਹਾਲਤ ਇਹੋ ਜਿਹੀ ਹੋ ਚੁੱਕੇ, ਸਾਡਾ ਅੰਦਰਲਾ ਇਨਸਾਨ ਇਸ ਹੱਦ ਤੱਕ ਮਰ ਚੁੱਕਿਆ ਹੋਵੇ, ਤੇ ਉਹ ਸਮਾਜ ਦੇ ਵਿੱਚ ਤੁਸੀਂ ਕਿਵੇਂ ਕਹਦੋ ਕਿ ਅੱਜ ਸੰਡੇ, ਅੱਜ ਰਾਤ ਹੈ ਤੇ ਕੱਲ ਨੂੰ ਛੁੱਟੀ ਹੈਗੀ, ਕਿੱਦਾਂ ਕਹਿ ਸਕਦੇ? ਅਸੀਂ ਨਹੀਂ, ਇਹ ਸੰਵਿਧਾਨ ਵੀ ਨਹੀਂ ਕਹਿਣ ਦੀ ਇਜਾਜ਼ਤ ਦਿੰਦਾ। 24 ਆਵਰਸ ਪਬਲਿਕ ਸਰਵੈਂਟ ਫॉर 24 ਆਵਰਸ ਫਿਰ ਕਿੱਥੋਂ ਆ ਗਏ 4 ਦਿਨ ਦੀਆਂ ਛੁੱਟੀਆਂ ਕਿੱਥੋਂ ਆ ਗਈਆਂ? ਇਹ ਮਤਲਬ ਜਦੋਂ ਸੰਵਿਧਾਨ ਇਹ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਸੰਵਿਧਾਨ ਦੇ ਰਖਵਾਲੇ ਤੇ ਫਿਰ ਉਹ ਕਿਉਂ ਨਹੀਂ ਇਸ ਚੀਜ਼ ਦੇ ਉੱਤੇ ਕੁਐਸਚਨ, ਮਤਲਬ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਫਿਰ ਐਕਸ਼ਨ ਲਏ ਜਾਂਦੇ? ਨਿੱਜੀ ਤੌਰ ਦੇ ਉੱਤੇ ਸਰ ਤੁਸੀਂ ਵੀ ਗੱਲ ਕਰਦੇ ਹੋਵੋਗੇ ਕਿ ਮਤਲਬ ਅਫਸਰਾਂ ਦੇ ਨਾਲ, ਬਿਊਰੋਕ੍ਰੇਸੀ ਨਾਲ
ਔਨ ਡਿਊਟੀ ਵੀ ਆਫ ਡਿਊਟੀ ਵੀ ਤੁਸੀਂ ਪੁੱਛਦੇ ਹੋਵੋਗੇ ਫਿਰ ਭਾਈ ਤੁਸੀਂ ਆ ਚੋਰ ਮੋਰੀਆਂ ਕਿਉਂ ਲੱਭਦੇ ਹੋ ਜਾਂ ਫਿਰ ਤੁਸੀਂ ਆਪਣੇ ਫਰਜ਼ ਕਿਉਂ ਨਹੀਂ ਨਿਭਾਉਂਦੇ? ਜੇ ਤੁਹਾਨੂੰ ਤੁਹਾਡਾ ਬੌਸ ਕਵੇ ਹੀ ਨਾ ਤੇ ਤੁਸੀਂ ਮੇਰੀ ਪਰਵਾਹ ਕਰੋਗੇ, ਆਪਣੇ ਬੌਸ ਦੀ ਪਰਵਾਹ ਕਰੋਗੇ? ਜੇਕਰ ਤਾਂ ਰਾਜਨੀਤੀ ਨੇ ਹਿਲਾਉਣੀ ਹੈ। ਇੰਨਾ ਕੁ ਇਸ਼ਾਰਾ ਬਹੁਤ ਹੈ, ਮੈਨੂੰ ਲੱਗਦਾ ਸਮਝਦਾਰ ਨੂੰ ਇਸ਼ਾਰਾ ਬਹੁਤ ਹੁੰਦਾ। ਦੇਸ਼ ਦੇ ਵਾਰਸ ਚਾਹਣ, ਸਟੇਟ ਦੇ ਵਾਰਸ ਚਾਹਣ ਤੇ ਕਿਸੇ ਦੀ ਹਿੰਮਤ ਹੈਗੀ ਆ ਕੋਈ ਨਾ ਕਰੇ? ਮੈਂ ਕਿਹਾ ਜੀ ਅੱਧੀ ਰਾਤ ਨੂੰ ਫੋਨ ਚੁੱਕਿਆ ਜਾਂਦਾ ਹੈ, ਅੱਧੀ ਰਾਤ ਨੂੰ ਸਿਸਟਮ ਸਾਰਾ ਕੁਝ ਕੀਤਾ ਜਾਂਦਾ ਹੈ, ਇੱਕੋ ਦਿਨ ਦੇ ਵਿੱਚ ਸਾਰਾ ਕੁਝ ਪੈਦਾ ਕਰ ਦਿੱਤਾ ਜਾਂਦਾ ਹੈ ਉੱਥੇ ਜੋ ਕੁਝ ਵੀ ਲੋੜ ਹੁੰਦੀ ਹੈ। ਤੇ ਇਸ ਕਰਕੇ ਜਿੱਥੇ ਮਰਜ਼ੀ ਕੋਰਟ ਲਾਈ ਜਾਂਦੀ ਹੈ, ਜਿੱਥੇ ਮਰਜ਼ੀ ਜਿਹੜੀ ਚੀਜ਼ ਮਰਜ਼ੀ ਕ੍ਰੀਏਟ ਕਰ ਲੇ, ਭਾਵੇਂ ਉਹ ਪਿੱਚ ਪੁੱਟਣ ਦੀ ਲੋੜ ਪਵੇ ਤੇ ਭਾਵੇਂ ਉਹ ਜਿਹੜੀਆਂ ਮਰਜ਼ੀ ਚੀਜ਼ਾਂ ਨੂੰ ਪਰਮਿਟ ਦੇਣ ਦੀ ਲੋੜ ਪੈ ਜੇ, ਤੇ ਉਹ ਸਾਰਾ ਕੁਝ ਭਾਵੇਂ ਉੱਥੇ ਨਾ ਛੁੱਟੀ ਹੈ ਨਾ ਉੱਥੇ ਰਾਤ ਹੈ ਤੇ ਉੱਥੇ ਕੁਝ ਵੀ ਨਹੀਂ ਹੈ, ਇਹ ਸਾਰਾ ਕੁਝ ਹੋ ਸਕਦਾ ਹੈ। ਪਰ ਜਦੋਂ ਗੱਲ ਆਉਂਦੀ ਹੈ ਇਹਨਾਂ ਨਾਗਰਿਕਾਂ ਨੂੰ ਸੰਭਾਲਣ ਦੀ ਤੇ ਉੱਥੇ ਫਿਰ ਕਾਨੂੰਨ ਹੀ ਯਾਦ ਆ ਜਾਂਦੇ ਆ। ਮੈਂ ਉੱਥੇ ਆ ਰਿਹਾ ਸੀਗਾ ਤੁਹਾਡੀ ਗੱਲ ਤੋਂ ਹੀ, ਬਾਹਰਲੇ ਦੇਸ਼ਾਂ ਦੀ ਗੱਲ ਬਾਅਦ ਚ ਕਰਦੇ ਹਾਂ ਕਿ ਇਹਨਾਂ ਦੀ ਕਾਨੂੰਨੀ ਲੜਾਈ ਨਹੀਂ ਕੋਈ ਲੜਦਾ ਹੈ। ਵਕੀਲ ਸਾਡੇ ਜਾਂ ਸਾਡੀਆਂ ਅਦਾਲਤਾਂ, ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੀ ਗੱਲ ਕੀਤੀ ਹੈ ਤੁਸੀਂ, ਜ਼ਿਲ੍ਹਾ ਕੇਸ ਸੇਵਾਵਾਂ ਕਾਨੂੰਨੀ ਅਥਾਰਟੀ ਦੀ, ਇਹਨਾਂ ਦੀ ਕਾਨੂੰਨੀ ਲੜਾਈ ਕੀ ਨਹੀਂ ਲੜੀ ਜਾਂਦੀ ਹੈਗੀ ਜਾਂ ਇਹਨਾਂ ਦੀ ਕਾਨੂੰਨੀ ਲੜਾਈ ਕੋਈ ਨਹੀਂ ਲੜਦਾ ਹੈ ਆਪਣੇ ਪੱਧਰ ਦੇ ਉੱਤੇ? ਇਹਨਾਂ ਦਾ ਕੇਸ ਲੈ ਕੇ ਅਸੀਂ ਗਏ ਸੀ, ਪਹਿਲਾਂ ਰਿਕੁਐਸਟ ਸਾਰਿਆਂ ਨੂੰ ਕਰ ਲਈ ਹੈ, ਸੀਐਮ ਸਾਹਿਬ ਨੂੰ, ਸਾਰਿਆਂ ਨੂੰ, ਤੇ ਕਿ ਇਹ ਉਹਨਾਂ ਨਾਗਰਿਕਾਂ ਦੀ ਗੱਲ ਹੈਗੀ ਜਿਹੜੇ ਹਸਪਤਾਲਾਂ ਦੇ ਵਿੱਚ ਪਹੁੰਚਣ ਤੋਂ ਬਾਅਦ ਬੁਰੀ ਤਰੀਕੇ ਨਾਲ ਇਗਨੋਰ ਹੁੰਦੇ ਆ ਤੇ ਸੀਰੀਅਸ ਹੁੰਦੇ ਆ ਤੇ ਮੌਤ ਦੇ ਮੂੰਹ 'ਚ ਪੈ ਜਾਂਦੇ। ਸਾਰੀ ਜਗ੍ਹਾ ਅਸੀਂ ਨਹੀਂ ਪਹੁੰਚ ਸਕਦੇ, ਠੀਕ ਹੈ। ਤੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਕੋਈ ਸਰਕਾਰਾਂ ਦਾ ਸਬਸਟੀਟਿਊਟ ਨਹੀਂ ਹੁੰਦੀਆਂ, ਕੋਈ ਸੌਖੀ ਗੱਲ ਨਹੀਂ ਹੈਗੀ। ਸਰਕਾਰ ਬਹੁਤ ਵੱਡੀ ਸ਼ਕਤੀ ਦਿੱਤੀ ਹੈ, ਜਿੰਨੇ ਵੀ ਕਹ ਲਓ ਵੀ GDP ਹੁੰਦੀ ਹੈ, ਸਰਕਾਰਾਂ ਟੋਟਲੀ ਕਿੰਨੇ ਟੈਕਸ ਹੈਗੇ ਗਿਣੇ ਵੀ ਨਹੀਂ ਜਾਂਦੇ ਸਾਡੇ ਕੋਲੋਂ ਅੱਜ। ਮੈਂ ਜਿਵੇਂ ਬਾਰ-ਬਾਰ ਕਹਿੰਦਾ ਹੁੰਦਾ ਵੀ ਚੀਜ਼ ਅਸੀਂ 10 ਲੱਖ ਦੀ ਲੈਂਦੇ ਹਾਂ ਤੇ ਸਾਡਾ ਬਿੱਲ ਜਿਹੜਾ ਹੈਗਾ 12 ਲੱਖ ਤੋਂ ਉੱਪਰ ਹੁੰਦਾ ਉਹਦਾ। ਬਿਲਕੁਲ। ਤੇ ਇਹ ਨਾਗਰਿਕ ਜਿਹੜੇ ਹੈਗੇ ਸਰਕਾਰ ਦੇ ਖਜ਼ਾਨੇ ਜਿਹੜੇ ਭਰਦੇ ਹੈਗੇ ਆ ਤੇ ਇਹ ਨਾਗਰਿਕਾਂ ਦੇ ਪ੍ਰਤੀ ਮਤਲਬ ਇਹਨਾਂ ਦਾ ਕੋਈ ਕਿੱਸਾ ਵੱਖ ਨਹੀਂ ਹੈਗਾ। ਇਹਨਾਂ ਦਾ ਇਸ ਬਜਟ ਦੇ ਵਿੱਚ ਹਿੱਸਾ ਜਿਹੜਾ ਸੰਵਿਧਾਨਿਕ ਤੌਰ ਤੇ ਹਿੱਸਾ ਬਣਦਾ ਹੈ, ਉਹ ਹਿੱਸਾ ਕਿੱਥੇ ਗਿਆ? ਤੇ ਇਹ ਇਸ ਦਾ ਮਤਲਬ ਜਿਹੜੇ ਸੜਕਾਂ ਦੇ ਉੱਤੇ ਆ ਨਹੀਂ ਸਕਦੇ ਤੇ ਜਿਹੜੇ ਮਤਲਬ ਐਜੀਟੇਸ਼ਨ ਜਾਂ ਬੋਲ ਨਹੀਂ ਸਕਦੇ ਤੇ ਇਹਦਾ ਮਤਲਬ ਏਦਾਂ ਹੀ ਇਗਨੋਰ ਹੁੰਦੇ ਰਹਿਣਗੇ, ਉਹ ਏਦਾਂ ਹੀ ਰੋਲ ਕੇ ਮਰਦੇ ਰਹਿਣਗੇ। ਇਹਨਾਂ ਦੀ ਗਿਣਤੀ ਬਹੁਤ ਵੱਡੀ ਹੈ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਇੱਕ ਸਵਾਲ ਪੁੱਛਿਆ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ, ਉਦੋਂ ਆਪਾਂ ਸੰਸਥਾ ਦੇ ਵਿੱਚ ਹੀ ਪ੍ਰੋਗਰਾਮ ਕਰ ਰਹੇ ਸੀ, ਗੱਲਬਾਤ ਕਰ ਰਹੇ ਸੀ, ਮਾਫ ਕਰਨਾ, ਕਿ ਕੀ ਫਿਰ ਆਪਣੇ ਹੱਕ ਲੈਣ ਲਈ ਜਾਂ ਇਹਨਾਂ ਦੇ ਨਾਲ ਹੁੰਦੇ ਧੱਕੇ ਦੇ ਲਈ, ਜਿਵੇਂ ਉਹ ਧੱਕਾ ਬਿਜਲੀ ਦੇ ਇੱਕ ਵੱਡੇ ਬਿੱਲ ਦੇ ਰੂਪ ਦੇ ਵਿੱਚ ਆਇਆ ਕੋਵਿਡ ਕਾਲ ਦੇ ਦੌਰਾਨ, ਜਾਂ ਇੱਕ ਉਹ ਤੁਹਾਡੇ ਪਾਣੀ ਦੀ ਪਾਈਪਲਾਈਨ ਦਾ ਕੋਈ ਮਸਲਾ ਸੀਗਾ, ਸੀਵਰੇਜ ਦੀ ਕੋਈ ਪਾਈਪਲਾਈਨ ਦਾ ਮਸਲਾ ਸੀ, ਉਹ ਖਾਸੀ ਦੇਰ ਲਟਕੀ ਗਿਆ। ਬਹੁਤ ਵੱਡੇ ਵੱਡੇ ਤੁਸੀਂ CM ਜਿੰਨੇ ਪੰਜਾਬ ਦੇ 2 ਜਿਹੜੇ ਹੋਏ 3 ਹੋਏ ਉਹਨਾਂ ਤੱਕ ਵੀ ਪਹੁੰਚ ਕੀਤੀ ਉਦੋਂ, ਕਿ ਇਹਨਾਂ ਸਾਰੇ ਹੁੰਦੇ ਧੱਕਿਆਂ ਦੇ ਖਿਲਾਫ ਹੁਣ ਇਹਨਾਂ ਨੂੰ ਵੀ ਸੜਕ ਤੇ ਆਉਣਾ ਪਏਗਾ, ਇਹਨਾਂ ਨੂੰ ਵੀ ਧਰਨੇ ਲਾਉਣੇ ਪੈਣਗੇ। ਜਿਹੜੀ ਬੋਲੀ ਕਿਸੇ ਦੀ ਸਮਝ ਵਿੱਚ ਆਉਂਦੀ ਹੈ ਸਾਡੇ ਦੇਸ਼ ਦੇ ਵਾਰਸਾਂ ਦੇ, ਤੇ ਫਿਰ ਉਹ ਉਸ ਤਰੀਕੇ ਨਾਲ ਜੇ ਉਹ ਨਹੀਂ ਕਰਨਗੇ ਉਹਦੇ ਨਾਲੋਂ ਤਾਂ ਉਹਨਾਂ ਦੀ ਜੋ ਹਾਲਤ ਹੈ ਇਸ ਵੇਲੇ, ਮੈਂ ਕਹਿੰਦਾ ਸੀ ਵੀ ਸਾਨੂੰ ਜੇਲ੍ਹਾਂ 'ਚ ਤੁਸੀਂ ਭੇਜ ਦਿਓ, ਉੱਥੇ ਕੁਛ ਨਾ ਕੁਛ ਸ਼ੈਲਟਰ ਦਾ ਅਰੇਂਜਮੈਂਟ ਤਾਂ ਹੋਊਗਾ, ਇੱਕ ਬੈੱਡ ਤਾਂ ਮਿਲ ਜੂਗਾ ਉੱਥੇ। ਇਹ ਮੈਂ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਵੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਜਿੰਨਾ ਮਰਜ਼ੀ ਵੱਡਾ ਕ੍ਰਿਮੀਨਲ ਬੰਦਾ ਹੋਵੇ ਉਹਦੀ ਲੋੜ ਤਾਂ ਪੂਰੀ ਕੁਛ % ਲੋੜ ਤਾਂ ਪੂਰੀ ਜੇਲ੍ਹਾਂ ਕਰਦੀਆਂ ਹੀ ਹੈ, ਵੀ ਇਹ ਤਾਂ ਸੜਕਾਂ ਤੇ ਰੋਲ ਕੇ ਮਰਦੇ ਆ ਤੇ ਸਾਡੇ ਇੱਕ ਬੈੱਡ ਦੇ ਉੱਤੇ। ਅੱਜ ਮੈਂ ਸ਼ੈਡਾਂ ਦੇ ਵਿੱਚ ਜਦੋਂ ਘੁੰਮ ਰਿਹਾ ਸੀ ਦੇਖ ਰਿਹਾ ਸੀ ਵੀ ਇਹਨਾਂ ਸ਼ੈਡਾਂ ਦੇ ਵਿੱਚ ਮਤਲਬ ਕਿਸ ਤਰੀਕੇ ਨਾਲ ਉੱਥੇ ਬਲੋਰ ਹੋਰ ਕਿੰਨੇ ਲਾਉਣ ਦੀ ਲੋੜ ਹੈਗੀ ਹੈ ਤੇ ਕਿੱਦਾਂ ਇੱਕ ਬੈੱਡ ਤੇ ਕਿੱਦਾਂ ਐਡਜਸਟ ਕਰਨੇ ਪੈ ਰਹੇ ਆ ਤੇ ਕਿੱਦਾਂ ਮਤਲਬ ਜਿੱਥੇ ਇਨਫਰਾਸਟ੍ਰਕਚਰ ਇੰਨੇ ਥੋੜੇ ਬੰਦਿਆਂ ਲਈ ਹੋਵੇ ਉੱਥੇ ਟਾਇਲਟ ਵੀ ਉਸ ਹਿਸਾਬ ਨਾਲ ਬਣੇ ਹੁੰਦੇ ਆ। ਤੇ ਮਤਲਬ ਇੰਨੇ ਲੋਕਾਂ ਨੂੰ ਮਤਲਬ ਅਸੀਂ ਨਾਗਰਿਕਾਂ ਨੂੰ ਜਿਹੜਾ ਇਕੱਠੇ ਕਰੀ ਜਾ ਰਹੇ ਹਾਂ ਵੀ ਕਿੱਡਾ ਵੱਡਾ, ਵੀ ਇਹਨਾਂ ਨੂੰ ਵਿਚਾਰੇ ਬੋਲ ਕੇ ਜੇਕਰ ਇਹ ਇੱਦਾਂ ਨਹੀਂ ਦੱਸ ਪਾ ਰਹੇ ਕਿ ਸਾਨੂੰ ਮੁਸ਼ਕਲ ਆ ਰਹੀ ਹੈਗੀ ਹੈ, ਤੇ ਕੋਈ ਐਸੀ ਗੱਲ ਨਹੀਂ ਹੈਗੀ। ਜਦੋਂ ਤੁਸੀਂ ਗੱਲ ਕਰਦੇ ਆ ਤੇ ਉੱਥੇ ਜਿਸ ਤਰੀਕੇ ਨਾਲ ਉਹ ਉਹਨਾਂ ਦੇ ਅੰਦਰ ਕਲਾ ਹੈਗੀ ਹੈ, ਬੜੇ ਪੜ੍ਹੇ ਲਿਖੇ ਹੈਗੇ ਆ ਤੇ ਬਹੁਤ ਕੁਛ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਦੇਖਿਆ ਹੁੰਦਾ, ਪਰ ਘਟਨਾਵਾਂ ਇੱਦਾਂ ਦੀਆਂ ਹੁੰਦੀਆਂ ਵੀ ਕਿਸੇ ਵੇਲੇ ਕਿਸੇ ਨੂੰ ਵੀ ਫਿਰ ਮਤਲਬ ਕਹ ਲਓ ਮੁਹਤਾਜ ਬਣਾ ਦਿੰਦੀਆਂ ਹੈ। ਤੇ ਇਹਨਾਂ ਦੇ ਪ੍ਰਤੀ ਤੁਸੀਂ ਗੱਲ ਕਰਦੇ ਸੀ, ਕਾਨੂੰਨੀ ਹੱਕਾਂ ਦੀ ਵੀ ਗੱਲ ਕਰਦੇ ਸੀ, ਜਿਹੜੇ ਕਾਨੂੰਨੀ ਹੱਕ ਹੈ ਉਹ ਲੈ ਕੇ ਫਿਰ ਅਸੀਂ ਗਏ ਹੈਗੇ ਤੇ ਸਰਕਾਰ ਕਹਿੰਦੀ ਬਜਟ ਨਹੀਂ ਹੈਗਾ। ਅੱਛਾ, ਪੰਜਾਬ ਸਰਕਾਰ ਨਾਲ ਤੁਹਾਡੀ ਗੱਲ ਹੋਈ ਕਾਨੂੰਨੀ ਉਹਦੇ ਰਾਹੀਂ? ਨਹੀਂ, ਇਹਨੂੰ ਐਕਟ ਨੂੰ ਲਾਗੂ ਕਰਨ ਵਾਸਤੇ ਅਸੀਂ ਗਏ ਆ ਵੀ ਆਹ ਕਾਨੂੰਨ ਬਣਿਆ ਹੋਇਆ, ਇਹ 2013 ਚ ਖੋਲ ਕੇ ਨੈਟ ਤੇ ਪਾ ਕੇ ਕੋਈ ਵੀ ਦੇਖ ਸਕਦਾ। ਤੇ ਜਦੋਂ ਬੈਠ ਕੇ ਗੱਲ ਕੀਤੀ ਗਈ ਹੈ ਤੇ ਆਪਣੇ ਸਤਿਕਾਰਯੋਗ ਸਰਕਾਰਾਂ ਨਾਲ ਵੀ ਕੀਤੀ ਗਈ ਹੈ ਤੇ ਕੋਰਟ ਨਾਲ ਵੀ ਕੀਤੀ ਗਈ ਹੈ,
ਆਨਰੇਬਲ ਸਾਰੇ ਜਿਹੜੇ ਜੱਜਿਸ ਸੀ ਆਪਣੇ ਸੀਨੀਅਰ ਉਹਨਾਂ ਨਾਲ ਵੀ ਕੀਤੀ ਗਈ ਹੈ। ਉਹਨਾਂ ਨੇ ਬੜਾ ਸਟਰੋਂਗਲੀ ਫੀਲ ਕੀਤਾ ਕਿ ਕਹਿੰਦੇ ਨੇ, ਮੈਂ ਕਿਹਾ ਜੀ ਨਹੀਂ ਇਹ ਗੱਲਾਂ ਤੁਸੀਂ ਥੋੜਾ ਜਿਹਾ ਜੇ ਮੈਂ ਤੁਹਾਨੂੰ ਦੱਸਾਂ ਹੱਡ ਬੀਤੀਆਂ ਵੀ ਇਹ ਹਾਲਾਤ ਬਣੇ ਹੋਏ ਆ। ਉਸ ਮਹੀਨੇ ਸਾਡੇ ਕੋਲ ਕੇਸ ਵੀ 29 ਕੇਸ ਇੱਕ ਮਹੀਨੇ 'ਚ ਦਾਖਲ ਹੋ ਗਏ ਸੀ ਤੇ ਹਾਲਾਤ ਇਹੋ ਜਿਹੇ ਸੀ ਵੀ ਮਤਲਬ ਨਾ ਤਾਂ ਉਹ ਛੱਡਿਆ ਹੀ ਜਾਂਦਾ ਉਹਨਾਂ ਨੂੰ ਉਸ ਵੇਲੇ ਜਿਸ ਵੇਲੇ ਸਾਹਮਣੇ ਇੱਕਦਮ ਦੇਖ ਰਹੇ ਆ, ਤੇ ਹਾਲਾਤ ਇਹੋ ਜਿਹੇ ਹੁੰਦੇ ਵੀ ਉਹਨੂੰ ਜਦੋਂ ਰੱਖਦੇ ਹੈਗੇ ਤੇ ਉਸ ਵੇਲੇ ਇਦਾਂ ਲੱਗਦਾ ਵੀ ਇਹਨਾਂ ਨਾਲ ਜਿਵੇਂ ਸਮਾਨ ਵੀ ਰੱਖਣਾ ਹੁੰਦਾ, ਉਹਦੇ ਲਈ ਅਰੇਂਜਮੈੈਂਟ ਚਾਹੀਦਾ ਹੁੰਦਾ। ਤੇ ਉਸ ਵੇਲੇ ਮਤਲਬ ਕਹਿੰਦੇ ਵੀ ਅਸੀਂ 181 ਹੈਲਪਲਾਈਨ ਦੇ ਉੱਤੇ ਚੱਕਾਂਗੇ 181। ਸਵਾਲ ਇਹ ਸੀ ਕਹਿੰਦੇ ਚੱਕ ਕੇ ਵੀ ਹੁਣ ਲੈ ਕੇ ਕਿੱਥੇ ਜਾਓਗੇ ਉਹਨੂੰ, ਆਹੀ ਤਾਂ ਮਸਲਾ ਰੱਖੂਗੇ ਕਿੱਥੇ। ਤੇ ਬਜਟ ਮਤਲਬ ਇੰਨਾ ਕੁਝ ਸਮਾਜ ਦੇ ਵਿੱਚ ਹੋ ਰਿਹਾ ਉਹਦੇ ਲਈ ਬਜਟ ਹੈਗਾ, ਆਪਾਂ ਦੇਖ ਹੀ ਰਹੇ ਹਾਂ। ਬਿਲਕੁਲ ਦੇਖ ਰਹੇ ਹਾਂ ਜੀ ਵੀ ਇੰਨੇ ਬਜਟ ਹੈਗੇ ਆ, ਇੰਨਾ ਕੁਝ ਮਤਲਬ ਪੈਸਾ ਜਿਹੜਾ ਹੈਗਾ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਹੈ। ਹੁਣ ਜਿਵੇਂ ਕਹਿੰਦੇ ਅਸੀਂ ਇੰਨੇ ਪੈਸੇ ਦੇਵਾਂਗੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਸਾਡਾ ਦੇਸ਼ ਹੈ, ਸਾਡੇ ਦੇਸ਼ ਦੇ ਨਾਗਰਿਕ ਹੈ ਤੇ ਸਾਡੇ ਚਲੋ ਸਤਿਕਾਰਯੋਗ ਜਿਹੜੇ ਵੀ ਸੱਜਣ ਕਹਿੰਦੇ ਵੀ ਸਾਨੂੰ ਸੇਵਾ ਦਾ ਮੌਕਾ ਦਿਓ, ਉਹਨਾਂ ਦੇ ਮੂੰਹ ਤੋਂ ਇਹ ਕਿਉਂ ਨਹੀਂ ਨਿਕਲਦਾ ਜਿਹੜੀਆਂ ਵੀ ਪਾਰਟੀਆਂ ਇਸ ਵੇਲੇ ਕਹਿੰਦੀਆਂ ਸਾਨੂੰ ਸੇਵਾ ਦਾ ਮੌਕਾ ਦਿਓ। ਮੈਂ ਤੁਹਾਡੇ ਥਰੂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜੀ ਵੀ ਉਹਨਾਂ ਨੂੰ ਪਤਾ ਨਹੀਂ ਵੀ ਦੇਸ਼ ਵਿੱਚ ਕਿੰਨੇ ਬਜ਼ੁਰਗ ਹੈ ਔਰ ਕਿਸ ਹਾਲਤ ਦੇ ਵਿੱਚ ਰੁਲ ਰਹੇ ਹੈ, ਔਰ ਜਿਨ੍ਹਾਂ ਦੇ ਔਲਾਦ ਨਹੀਂ ਹੋਈ, ਜਿਨ੍ਹਾਂ ਨੇ ਸ਼ਾਦੀ ਨਹੀਂ ਕਰਾਈ, ਜਿਹੜੇ ਕਿ ਕੁਝ ਡਿਪਰੈਸ਼ਨ ਜਾਂ ਡਿਮੈਂਸ਼ੀਆ ਕਰਕੇ ਘਰ ਦੇ ਰਸਤੇ ਭੁੱਲ ਗਏ, ਜਿਹੜੇ ਇਕੱਲੇ ਰਹਿ ਗਏ ਹੈ। ਹੁਣ ਕਿੰਨੇ ਲੋਕ ਪੜ੍ਹੇ ਲਿਖੇ ਮਾਸਟਰ ਡਿਗਰੀਆਂ ਕੀਤੀਆਂ, PhD, ਸਾਡੇ ਕੋਲ ਰਿਕਾਰਡ ਹੈ। ਜੋ ਮੈਂ ਬੋਲ ਰਿਹਾ ਕਿ ਸਾਡੇ ਕੋਲ ਜਿਸ ਵੇਲੇ ਹੁਣ ਕਰੋਨਾ ਦਾ ਜਿਵੇਂ ਫੇਰ ਉਹੀ ਚੀਜ਼ ਹੈ ਵੀ ਮਤਲਬ ਇਹ ਚੀਜ਼ ਚੱਲ ਰਹੀ ਹੈ, ਉਸ ਦੇ ਵਿੱਚ ਉਹਨੂੰ ਕੋਈ ਹਸਪੀਟਲ ਰੱਖਣ ਨੂੰ ਤਿਆਰ ਨਹੀਂ ਹੈਗਾ, ਉਹ ਚੈੱਕ ਕਰਨ ਨੂੰ ਤਿਆਰ ਨਹੀਂ ਹੈਗੇ। ਵਾਈਟਲ ਚੈੱਕ ਕਰਕੇ ਕਹਿੰਦੇ ਆ ਠੀਕ ਹੈ, ਤੇ ਇੰਨੇ ਰਸ਼ ਦੇ ਵਿੱਚ ਫਿਰ ਲਾਈਕ ਇੰਨੇ ਜਿਹੜੇ ਮਤਲਬ ਅਸੀਂ ਦੇਖ ਰਹੇ ਹਾਂ ਸਾਡੇ ਦੇਸ਼ ਦੇ ਵਿੱਚ, ਸਾਡੀ ਸਟੇਟ ਦੇ ਵਿੱਚ ਕਿੰਨੇ ਬਜ਼ੁਰਗ ਹੈ। ਕਦੇ ਇਸ ਚੀਜ਼ ਦੀ ਕਦੇ ਸਰਵੇ ਕਰਵਾ ਕੇ ਤੁਸੀਂ ਜੇ ਨਹੀਂ ਦੇਖਿਆ, ਜਿਹੜੀਆਂ ਸਰਵੇ ਹੋ ਚੁੱਕੇ ਉਹਨਾਂ ਦੀਆਂ ਰਿਪੋਰਟਾਂ ਦੇਖਿਓ। ਸਾਡੇ ਸਤਿਕਾਰਯੋਗ ਜਿੰਨੇ ਵੀ ਲੀਡਰ ਹੁਣ ਇਸ ਵੇਲੇ ਕਹਿ ਰਹੇ ਹਨ ਸਾਨੂੰ ਸੇਵਾ ਦਾ ਮੌਕਾ ਦਿਓ, ਤੁਹਾਡੇ ਮੂੰਹੋਂ ਮੈਂ ਇਹ ਨਹੀਂ ਸੁਣ ਰਿਹਾ ਵੀ ਦੇਸ਼ ਦੇ ਵਿੱਚ ਜਿਹੜਾ ਬਜ਼ੁਰਗ ਰੁਲ ਰਿਹਾ, ਸਟੇਟ ਦੇ ਵਿੱਚ ਬਜ਼ੁਰਗ ਰੁਲ ਰਿਹਾ, ਉਹਨੂੰ ਤੁਸੀਂ ਕਰੋਗੇ ਕੀ। ਤੁਸੀਂ ਕਹਿਣਾ ਨਹੀਂ, ਇਹਨਾਂ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਬਣਾਇਆ ਸੀ। ਬਿਲਕੁਲ ਬਿਲਕੁਲ, ਆ ਬੜੀ ਇੰਪੋਰਟੈਂਟ ਗੱਲ ਤੁਸੀਂ, ਮੈਂ ਉਹੀ ਪੁੱਛਣਾ ਚਾਹੁੰਦਾ ਤੁਹਾਨੂੰ, ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਦੇ ਵਿੱਚ ਬੈਨੀਫੀਸ਼ੀਅਰੀਆਂ ਦੀ ਲਿਸਟ ਦੀ ਸਾਨੂੰ ਕਦੇ ਪਿਛਲੇ 5 ਸਾਲ ਦੀ ਜਿਹੜੀ ਹੈ ਉਹੀ ਫਿਗਰ ਦੇ ਦਿਓ, ਸਾਨੂੰ ਫਿਗਰ ਦੇ ਦਿਓ। ਉਹ ਜਿਹੜਾ ਬਜ਼ੁਰਗ ਇਸ ਵੇਲੇ ਭਾਈ ਮੰਜੇ ਤੇ ਪਿਆ ਏ, ਉਹ ਜਾ ਕੇ ਤੁਸੀਂ ਕਹਿਣਾ ਵੀ SDM ਜਿਹੜੇ ਸਬ ਡਿਵੀਜ਼ਨਲ ਮੈਜਿਸਟਰੇਟ ਉਹਨਾਂ ਕੋਲ ਜਾਵੇ, ਉਹ ਭਾਈ ਨਹੀਂ ਜਾਣ ਜੋਗਾ ਹੈਗਾ। ਜੇ ਨਹੀਂ ਜਾਣ ਜੋਗਾ ਹੈਗਾ ਤੁਸੀਂ ਦੱਸੋ, ਉਹਦੇ ਲਈ ਤੜਫ ਤੜਫ ਕੇ ਮਰਨ ਤੋਂ ਬਿਨਾਂ ਉਹ ਕਹਿੰਦਾ ਵੀ ਮੈਨੂੰ ਦੇ ਦਿਓ, ਮੇਰੇ ਲਈ ਟੋਆ ਪੱਟ ਲਓ, ਮੈਨੂੰ ਕੋਈ ਇਹੋ ਜਿਹੀ ਦਵਾਈ ਦੇ ਦਿਓ, ਮੇਰੀ ਮੌਤ ਹੋ ਜਾਵੇ। ਇਹ ਬਹੁਤ ਇਦਾਂ ਦੇ ਬਹੁਤ ਨੇ, ਇਦਾਂ ਦੇ ਬਹੁਤ ਨੇ ਜਿਹੜੇ ਕਹਿੰਦੇ ਕਿ ਯਾਰ ਇਸ ਜੀਵਨ ਨਾਲੋਂ ਮੌਤ ਚੰਗੀ। ਪੈਸਾ ਪ੍ਰਾਪਰਟੀਆਂ ਬਹੁਤ ਆ ਉਹਨਾਂ ਕੋਲ, ਪਰ ਉਹਨਾਂ ਨੂੰ ਉਸ ਵੇਲੇ ਸੰਭਾਲ ਤੇ ਇਲਾਜ ਚਾਹੀਦਾ, ਤੇ ਉਹਨਾਂ ਦਾ ਪੈਸਾ ਤੇ ਪ੍ਰਾਪਰਟੀ ਜਿਹੜੀ ਲਿੰਕ ਕਰਕੇ ਉਹਨਾਂ ਦੇ ਲਈ ਕਿਉਂ ਨਹੀਂ ਲੀਗਲ ਗਾਰਡੀਅਨ ਅਪਾਇੰਟ ਕੀਤੇ ਜਾਂਦੇ। ਬਿਲਕੁਲ। ਤੇ ਇਹ ਆਵਾਜ਼ ਕਿਉਂ ਨਹੀਂ ਉੱਠ ਰਹੀ ਕਿ ਸਾਡੇ ਕਿੰਨੇ ਬਜ਼ੁਰਗ ਆ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ, ਅਖੀਰਲੇ ਸਮੇਂ ਦੇ ਵਿੱਚ ਸਹਾਰੇ ਨੂੰ ਤਰਸਦੇ ਹੀ, ਇਲਾਜ ਨੂੰ ਤਰਸਦੇ ਹੀ ਸੰਸਾਰ ਨੂੰ ਅਲਵਿਦਾ ਕਹਿ ਰਹੇ ਆ। ਕਿੰਨੇ ਲੋਕ ਆ ਜਿਹੜੇ ਸਾਡੇ ਹਾਲਾਤਾਂ ਨੇ, ਸਾਡੀ ਮਹਿੰਗਾਈ ਨੇ। ਦੇਖੋ ਹੁਣ ਮੈਂ ਪੁੱਛ ਰਿਹਾ ਸੀ, ਮੈਂ ਕਿਹਾ ਸੀਮੈਂਟ ਵਾਲੇ ਸ਼ੈਲਟਰ ਹੋਮ ਬਣਾ ਰਹੇ ਆ, ਉਹ ਇੰਨਾ ਸੀਮੈਂਟ ਮਹਿੰਗਾ ਕਰ ਦਿੱਤਾ। ਹੁਣ ਸੀਮੈਂਟ ਜਿਹੜਾ ਹੈਗਾ, ਜੇ ਕਿਸੇ ਨੇ ਕਮਰਾ ਬਣਾਉਣਾ, ਸ਼ੈਲਟਰ ਬਣਾਉਣਾ, ਆਪਣੇ ਸਿਰ ਦੀ ਛੱਤ ਬਣਾਉਣੀ, ਇੰਨੀ ਮਹਿੰਗਾਈ ਜਾ ਕੇ ਰੇਤੇ ਤੇ ਰਾਜਨੀਤੀ ਹੋ ਰਹੀ ਹੈ ਜੀ, ਤੇ ਇਹਨਾਂ ਦੀ ਗੱਲ ਨਹੀਂ ਹੋ ਰਹੀ। ਸੀਮੈਂਟ ਹੋ ਗਿਆ, ਇੰਨੀ ਜ਼ਿਆਦਾ ਮਹਿੰਗਾਈ। ਹੁਣ ਅੱਜ ਫੇਰ ਮੈਨੂੰ ਕਹਿ ਰਹੇ ਸੀ ਸਰੀਏ ਦੀ ਦੁਬਾਰੇ ਪਹਿਲਾਂ ਆਰਡਰ ਦਿੱਤਾ ਸੀ, ਉਹ ਥੋੜਾ ਜਿਹਾ ਲੇਟ ਹੋ ਗਿਆ, ਆਉਣ ਲੱਗਿਆ, ਕਹਿੰਦੇ ਦੁਬਾਰਾ ਹੋਰ ਮਹਿੰਗਾ ਹੋ ਗਿਆ। ਇੰਨੀ ਜ਼ਿਆਦਾ ਮਹਿੰਗਾਈ ਕਰ ਦਿੱਤੀ ਗਈ ਹੈ ਤੇ ਲੋਕ ਸਟ੍ਰੈਸ ਵਿੱਚ ਇੰਨਾ ਜ਼ਿਆਦਾ ਰਹਿ ਰਹੇ ਆ, ਉਹ ਡਿਪਰੈਸ਼ਨ ਚਲੇ ਜਾਂਦੇ। ਬਿਲਕੁਲ ਚਲੇ ਜਾਂਦੇ ਜੀ। ਮਾਨਸਿਕ ਰੋਗਾਂ ਤੋਂ ਪੀੜਤ ਕਿੰਨੇ ਲੋਕ ਜਿਹੜੇ ਕਿ ਇਲਾਜ ਨੂੰ, ਸੰਭਾਲ ਨੂੰ ਤੇ ਰੀਹੈਬਿਲਿਟੇਸ਼ਨ ਨੂੰ ਤਰਸ ਰਹੇ ਆ, ਅੱਜ ਤੱਕ ਯਾਦ ਨਹੀਂ ਆਏ। ਉਹਨਾਂ ਦਾ CM ਵੱਖਰਾ ਬਣਾਓਗੇ, ਉਹਨਾਂ ਦੀ ਸਰਕਾਰ ਵੱਖਰੀ ਹੋਊਗੀ। ਬਹੁਤ ਵੱਡਾ ਇਹ ਸਵਾਲ, ਬਹੁਤ ਵੱਡਾ। ਮੈਂ ਇਸੇ ਸਵਾਲ ਨੂੰ, ਕੌਣ ਹੋਏਗੀ ਸਰਕਾਰ, ਕਿਹੜੀ ਹੋਏਗੀ ਸਰਕਾਰ, ਇਹਨਾਂ ਦਾ ਫਿਰ ਇਹਨਾਂ ਦਾ CM ਕੌਣ ਹੋਏਗਾ, ਇਹਨਾਂ ਦੇ ਮੰਤਰੀ ਕੌਣ ਹੋਣਗੇ। ਮੰਤਰਾਲੇ ਤਾਂ ਬਣਾਤੇ, ਠੀਕ ਹੈ, ਮੰਤਰਾਲੇ ਤਾਂ ਬਣਾਤੇ, ਫਿਰ ਇਹਨਾਂ ਦੇ ਕਾਰਜ ਭਾਗ ਕੌਣ ਸੰਭੂਗਾ। ਫਿਰ ਇਹਨਾਂ ਦਾ ਮੁੱਖ ਮੰਤਰੀ ਅਸੀਂ ਵੱਖਰਾ ਬਣਾ ਲਈਏ, ਇਹਨਾਂ ਦੇ ਮੰਤਰੀ ਜਿਹੜੇ ਆ ਉਹ ਵੱਖਰੇ ਬਣਾ ਲਈਏ। ਇਹ ਸਵਾਲ ਨੇ। ਫਿਰ ਉੱਤੋਂ ਆਹ ਸਵਾਲ ਬੜੇ ਮਹੱਤਵਪੂਰਨ ਨੇ, ਇਹ ਛੋਟੇ ਛੋਟੇ ਸਵਾਲ ਨੇ। ਸੀਮੈਂਟ ਮਹਿੰਗਾ ਹੋ ਗਿਆ, ਬਜਰੀ, ਰੇਤਾ, ਬਾਕੀ ਸਾਰੀਆਂ ਚੀਜ਼ਾਂ, ਇਨਫਰਾਸਟ੍ਰਕਚਰ ਬਿਲਡ ਕਰਨਾ ਹੈ, ਬਣਾਉਣਾ ਹੈ। ਇਹਦੇ ਲਈ ਉਹ ਤੁਹਾਡੇ ਵਾਲੇ ਫੰਡ ਜਿਹੜੇ ਤੁਹਾਡੇ ਵਿੱਤੀ ਘਾਟੇ, ਇਹ ਕਦੇ ਪੂਰੇ ਨਹੀਂ ਹੋਣੇ ਹੈਗੇ। ਆਪਣੇ ਆਪ ਲਈ ਜਿਹੜੀਆਂ ਮਹਿੰਗੀਆਂ ਸੁਵਿਧਾਵਾਂ ਨੇ ਉਹ ਮੰਤਰੀਆਂ ਸੰਤਰੀਆਂ ਲਈ ਆਉਂਦੀਆਂ ਰਹਿਣਗੀਆਂ। ਸਾਰੇ ਹੀ ਮਾਣਯੋਗ ਨੇ, ਸਾਰੇ ਸਤਿਕਾਰਯੋਗ ਨੇ, ਸਾਬਕਾ ਵੀ, ਮੌਜੂਦਾ ਵੀ ਤੇ ਭਵਿੱਖੀ ਵੀ ਜਿਹੜੇ ਵੀ ਹੋਣਗੇ। ਪਰ ਆਹ ਜਿਹੜੇ ਸਾਡੇ ਲੋਕ ਨੇ, ਫਿਰ ਇਹਨਾਂ ਲਈ ਵੱਡਾ ਸਵਾਲੀਆ ਨਿਸ਼ਾਨ। ਇਹਨਾਂ ਲਈ ਕੀ ਇਹ ਚਰਚਾ ਜਿਹੜੀ ਹੈ, ਇਹ ਚਰਚਾ ਮੱਧਮ ਨਹੀਂ ਪੈਣੀ ਚਾਹੀਦੀ। ਇਸ ਚਰਚਾ ਦੀ ਜਿਹੜੀ ਲਾਅ ਹੈ ਨਾ, ਇਹ ਚੱਲਦੀ ਰਹਿਣੀ ਚਾਹੀਦੀ ਹੈ। ਅਖੀਰਲਾ ਇੱਕ ਕਮੈਂਟ ਹੀ ਆਪਣੇ ਕੋਲੇ, ਹੱਲ ਕੀ ਹੋਣਗੇ ਸਰ?
ਜੇ ਇਹਨਾਂ ਨੂੰ ਪਤਾ ਹੈ ਨਾ ਵੀ ਸਾਡੇ ਬਿਜਲੀ ਦੇ ਬਿੱਲ ਇੱਕ ਤਾਂ ਇਹਨਾਂ ਨੂੰ ਫ੍ਰੀ ਹੋ ਸਕਦੇ ਆ, ਇੱਕ ਤੁਸੀਂ ਪਿਛਲਾ ਰਿਕਾਰਡ ਦੇਖ ਲਿਓ ਮਾਫ ਵੀ ਹੋ ਸਕਦੇ ਆ ਕਿੰਨੇ ਕਿੰਨੇ ਲੱਖ ਦੇ ਜੀ। ਉਹ ਜਿਹੜਾ ਨਾਗਰਿਕ ਬੇਵਾਸਤੇ ਲਾਚਾਰ ਹੈ ਉਸ ਨੂੰ ਬਿਜਲੀ ਦੇਣ ਲਈ, ਉਸ ਨੂੰ ਕੋਈ ਏਸੀ ਦੀ ਮਾਫੀ ਦੇਣ ਲਈ, ਉਸ ਨੂੰ ਐਗਜ਼ੈਂਪਸ਼ਨ ਦੇਣ ਦੇ ਲਈ ਤੁਹਾਡੇ ਕੋਲ ਬਜਟ ਨਹੀਂ ਹੈਗਾ, ਉਹਨਾਂ ਤੋਂ ਖਜ਼ਾਨੇ ਭਰਨੇ ਆ। ਇਹ ਐਟੀਟਿਊਡ ਜਿੰਨੀ ਦੇਰ ਤੱਕ ਨਹੀਂ ਬਦਲਦੇ ਸਮਾਜ, ਇਹ ਐਟੀਟਿਊਡ ਹੀ ਹੈ ਜਿਹੜਾ ਕਿ ਸਾਨੂੰ ਜਿਹੜੇ ਵੀ ਲੋਕ ਅੱਜ, ਜਿਹੜੇ ਵੀ ਸਾਡੇ ਨੇਤਾ, ਸਤਿਕਾਰਯੋਗ ਨੇਤਾ ਅੱਜ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਦਿਓ, ਕਦੀ ਗਰੀਬ ਦੀ, ਕਿਸੇ ਲੋੜਵੰਦ ਦੀ, ਨਾਗਰਿਕ ਦੀ ਉਸ ਹਾਲਤ ਨੂੰ ਫੀਲ ਕਰਿਓ ਉਹਦੀ ਜਗ੍ਹਾ ਖੜ ਕੇ, ਜਿਹੜਾ ਬੰਦਾ ਬੇਸਿਕ ਨੀਡ ਦੇ ਲਈ ਸੰਘਰਸ਼ ਕਰ ਰਿਹਾ। ਇਹ ਨਾ ਸੋਚੋ ਕਿ ਵੋਟਾਂ ਕਿੱਥੋਂ ਮਿਲਣਗੀਆਂ, ਵੋਟਾਂ ਦਾ ਪਿੱਛੇ ਪਿੱਛੇ ਫਿਰਨਗੀਆਂ। ਪਹਿਲਾਂ ਤੁਸੀਂ ਉਹਨਾਂ ਦੀ ਜਗ੍ਹਾ ਖੜ ਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦਿਓ ਉਹਨਾਂ ਨੂੰ ਕਿ ਅਸੀਂ ਸੰਵਿਧਾਨ ਦੇ ਆਧਾਰ ਤੇ ਇਸ ਤੁਹਾਨੂੰ ਸੰਭਾਲਾਂਗੇ, ਇਸ ਤਰ੍ਹਾਂ ਤੁਹਾਡੀ ਸੇਵਾ ਕਰਾਂਗੇ। ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹੀ ਸਵਾਲ ਹੈਗਾ ਵੀ ਇਹ ਜਿਸ ਵੇਲੇ ਨੀਤੀ ਬਣਾਈ ਜਾਂਦੀ ਹੈ, ਜਿਸ ਵੇਲੇ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਹੈ, ਉਸ ਦੇ ਵਿੱਚ ਤੁਹਾਨੂੰ ਇਹਨਾਂ ਦਾ ਚੇਤਾ ਕਿਉਂ ਨਹੀਂ ਆਉਂਦਾ ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈਗੀ ਹੈ। ਪਿਆਰੇ ਦਰਸ਼ਕੋ, ਇਸ ਚਰਚਾ ਨੂੰ ਵਿਰਾਮ ਦੇਣ ਦਾ ਵਕਤ ਆਇਆ, ਪਰ ਤੁਹਾਡੇ ਅੱਗੇ ਮੈਂ ਇੱਕ ਅਪੀਲ ਕਰਦਾ, ਇੱਕ ਗੁਜ਼ਾਰਿਸ਼ ਕਰਦਾ ਕਿ ਸਮਾਜ ਸੇਵਾ ਤੇ ਸੰਵਿਧਾਨ ਦੀ ਇਸ ਲੜੀ ਜਾਂ ਇਸ ਕੜੀ ਦੇ ਤਹਿਤ ਹੁਣ ਇਹ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਕਿ ਤੁਸੀਂ ਇਸ ਆਵਾਜ਼ ਨੂੰ ਕਿੱਥੋਂ ਤੱਕ ਰਾਜਨੀਤਿਕ ਪਾਰਟੀਆਂ ਤੱਕ ਚੱਕਦੇ ਹੋ, ਕਿਉਂਕਿ ਤੁਹਾਡਾ ਬਹੁਤ ਵੱਡਾ ਰੋਲ ਹੁੰਦਾ ਹੈ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੋਂ ਬੈਠ ਕੇ ਨੰਬਰ ਡਾਇਲ ਪੰਜਾਬ ਦਾ ਕਰਦੇ ਹੋ ਤੇ ਕਹਿੰਦੇ ਹੋ ਕਿ ਫਲਾਣੀ ਪਾਰਟੀ ਫਲਾਣੇ ਉਮੀਦਵਾਰ ਨੂੰ ਸਪੋਰਟ ਕਰਦੇ ਹੋ, ਪਰ ਨਾਲ ਹੁਣ ਇੱਕ ਇਹ ਸਵਾਲ ਵੀ ਰੱਖ ਲਿਓ ਕਿ ਇਹਨਾਂ ਨਾਗਰਿਕਾਂ ਦੀ ਜ਼ਿੰਮੇਵਾਰੀ ਲਈ ਕੌਣ ਜ਼ਿੰਮੇਵਾਰ ਹੋਏਗਾ ਜਾਂ ਕੌਣ ਜ਼ਿੰਮੇਵਾਰੀ ਚੱਕੇਗਾ। ਇਹ ਤੁਹਾਡੇ ਤੇ ਨਿਰਭਰ ਕਰਦਾ, ਕਿਉਂਕਿ ਤੁਹਾਡੀ ਸੰਖਿਆ ਬਹੁਤ ਵੱਡੀ ਹੈ, ਤੁਸੀਂ ਸਤਿਕਾਰਤ ਹੋ, ਤੁਸੀਂ ਜੇ ਵਿਦੇਸ਼ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਪੰਜਾਬ ਦੇ ਵਿੱਚ ਧੜਕਦੇ ਹੋ, ਪੰਜਾਬ ਦੇ ਵਿੱਚ ਵਸਦੇ ਹੋ। ਇਹ ਸਵਾਲ ਔਰ ਇਹ ਜ਼ਿੰਮੇਵਾਰੀ ਹੁਣ ਤੁਹਾਡੇ ਸਿਰ ਵੀ ਬਰਾਬਰ ਦੀ ਆ ਨਿਬੜਦੀ ਹੈ। ਸਰਦਾਰ ਸ਼ਮਸ਼ੇਰ ਸਿੰਘ ਹੋਰੀ ਸਾਡੇ ਨਾਲ ਜੁੜੇ ਸੀ ਔਰ ਬਾਈ ਜੀ ਬਹੁਤ ਧੰਨਵਾਦ। ਗੰਭੀਰ ਵਿਸ਼ਾ ਹੈ, ਇਹ ਨਾ ਤਾਂ ਖਤਮ ਹੋਣਾ ਹੈ ਔਰ ਨਾ ਆਪਾਂ ਇਸ ਨੂੰ ਖਤਮ ਹੋਣ ਦੇਣਾ ਜਦੋਂ ਤੱਕ ਇਹਨਾਂ ਚਾਰਾਂ ਜੋਈਆਂ ਨੂੰ ਬੋਰ ਨਹੀਂ ਪੈ ਜਾਂਦਾ, ਜਦੋਂ ਤੱਕ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਇਹਨਾਂ ਮਿਹਨਤਾਂ ਨੂੰ ਫਲ ਪਵੇ ਤਾਂ ਕਿ ਸਾਡਾ ਇਹ ਚਰਚਾ ਕਰਨੀ ਬੰਦ ਹੋ ਜਾਏ। ਅਜੇ ਸੀਨ ਕ੍ਰੀਏਟ ਨਹੀਂ ਕਰ ਸਕੇ ਅਸੀਂ ਉਹਨਾਂ ਦੇ ਸਾਹਮਣੇ, ਇਹ ਆਪਣੇ ਸਰੋਤਿਆਂ ਦੇ ਸਾਹਮਣੇ ਵੀ ਕਿਸ ਤਰ੍ਹਾਂ ਉਹ ਲੜਕੀ ਰੁਲਦੀ ਹੈ ਜਿਹਦੇ ਮਾਂ-ਬਾਪ ਚਲੇ ਗਏ ਔਰ ਜਿਹੜੀ ਇੰਟੈਲੈਕਚੁਅਲੀ ਵੀਕ ਹੈ। ਅਗਲੇਰੇ ਪਾਰ ਕੀ ਹੈ ਇਹ? ਪਿਆਰੇ ਦਰਸ਼ਕੋ, ਵਕਤ ਕੀ ਹਰ ਸ਼ੈ ਗੁਲਾਮ, ਵਕਤ ਕਾ ਹਰ ਸ਼ੈ ਪੇ ਰਾਜ਼। ਅਗਲੀ ਵਾਰ ਨਾ ਅਸੀਂ ਉਸ ਬੱਚੀ ਦੀ ਬਾਤ ਪਾਵਾਂਗੇ, ਹੋਰਾਂ ਦੀ ਬਾਤ ਵੀ ਪਾਵਾਂਗੇ। ਇਸ ਬਾਤ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਫਿਲਹਾਲ ਸਰਦਾਰ ਸ਼ਮਸ਼ੇਰ ਸਿੰਘ ਜੀ ਤੋਂ, ਪ੍ਰਭ ਆਸਰਾ ਸੰਸਥਾ ਤੋਂ ਵਿਦਾ ਲੈਣ ਦਾ ਵਕਤ ਹੋਇਆ, ਪਰ ਅਸੀਂ ਵਿਦਾ ਇਸ ਪ੍ਰੋਗਰਾਮ ਤੋਂ ਬਿਲਕੁਲ ਨਹੀਂ ਲੈ ਰਹੇ। ਇਸ ਆਵਾਜ਼ ਨੂੰ ਇਸੇ ਤਰੀਕੇ ਨਾਲ ਚੁੱਕਦੇ ਰਹਾਂਗੇ। ਦਿਓ ਇਜਾਜ਼ਤ, ਬਣੇ ਰਹੋ ਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।